ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਗ ਗੋਂਡ। ਬਾਣੀ ਨਾਮ ਦਿਓ ਜੀ ਕੀ। ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ। ਅਸੁਮੇਧ ਜਗਨੇ ਤੁਲਾ ਪੁਰਖ ਦਾਨੇ। ਪ੍ਰਾਗ ਇਸਨਾਨੇ ਅਸੁਮੇਧ ਜਗਨੇ ਤੁਲਾ ਪੁਰਖ ਦਾਨੇ। ਪ੍ਰਾਗ ਇਸਨਾਨੇ ਤਉ ਨਾ ਪੁੱਜਹਿ ਹਰਿ ਕੀਰਤ ਨਾਮਾ। ਆਪਣੇ ਰਾਮਹਿ ਭਜ ਰੇ ਮਨ ਆਲਸੀਆ। ਰਹਾਉ ਗਿਆ ਪਿੰਡ ਭਾਰਤਾ। ਬਨਾਰਸ ਅਸ ਬਸਤਾ। ਮੁਖ ਵੇਦ ਚਤੁਰ ਪੜਤਾ। ਸਗਲ ਧਰਮ ਅਛਿਤਾ। ਗੁਰ ਗਿਆਨ ਇੰਦਰੀ ਦ੍ਰਿੜਤਾ। ਖਚ ਕਰਮ ਸਹਿਤ ਰਹਿਤਾ। ਸ਼ਿਵਾ ਸਕਤ ਸੰਬਾਦੰ। ਮਨ ਛੋੜ ਸਗਲ ਭੇਦੰ। ਸਿਮਰ ਸਿਮਰ ਗੋਬਿੰਦੰ। ਭਜ ਨਾਮਾ ਤਰਸ ਭਵ ਸਿੰਧੰ। ਸਿਮਰ ਸਿਮਰ ਗੋਬਿੰਦੰ। ਭਜ ਨਾਮਾ ਤਰਸ ਭਵ ਸਿੰਧੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸਰਬ ਸਾਂਝੀਵਾਲਤਾ ਦੇ ਲਖਾਇਕ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਬਿਰਾਜਮਾਨ ਬਹੁਤ ਹੀ ਆਦਰਣੀಯ ਗੁਰੂ ਸਰੂਪ ਸਾਧ ਸੰਗਤ ਜੀ, ਬਹੁਤ ਵਡਭਾਗੇ ਹੋ। ਗੁਰੂ ਚਰਨਾਂ ਵਿੱਚ ਬਰਾਜ ਕੇ ਗੁਰੂ ਸਵਾਰਿਆਂ ਤੋਂ ਗੁਰਬਾਣੀ ਦੇ ਮਨੋਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ। ਸੇਵਾ ਨਿਭਾ ਰਹੇ ਸਨ ਭਾਈ ਸਾਹਿਬ ਓਂਕਾਰ ਸਿੰਘ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਵਾਲੇ। ਉਪਰੰਤ ਜੋ ਲੜੀਵਾਰ ਭਗਤ ਬਾਣੀ ਦੀ ਕਥਾ ਵਿਚਾਰ ਦਾ ਸਿਲਸਿਲਾ ਨਿਰੰਤਰ ਜਾਰੀ ਹੈ, ਉਸ ਅਧੀਨ ਆਪ ਜੀ ਨੇ ਹੁਣੇ ਦਾਸ ਪਾਸੋਂ ਭਗਤ ਨਾਮਦੇਵ ਸਾਹਿਬ ਜੀ ਦਾ ਗੋਂਡ ਰਾਗ ਵਿੱਚ ਉਚਾਰਨ ਕੀਤਾ ਹੋਇਆ ਜੋ ਬਚਨ ਸਰਵਣ ਕੀਤਾ ਹੈ, ਇਹ ਪਵਿੱਤਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 873 ਤੇ ਸੁਭਾਇਮਾਨ ਹੈ। ਆਪ ਜੀ ਨੇ ਜਿਨ੍ਹਾਂ ਨੇ ਸ਼ਬਦ ਨੂੰ ਇਕਾਗਰਤਾ ਨਾਲ ਸਰਵਣ ਕੀਤਾ ਹੈ, ਉਹਨਾਂ ਨੂੰ ਸਮਝ ਆ ਗਈ ਹੋਵੇਗੀ ਵੀ ਸ਼ਬਦ ਦੇ ਵਿੱਚ ਜੋ ਵਰਡਿੰਗ ਹੈ, ਸ਼ਬਦਾਵਲੀ ਹੈ, ਉਹ ਮਹਿੰਗੀ ਹੈ, ਉਚੇਚਾ ਧਿਆਨ ਮੰਗੇਗੀ ਸਮਝ ਲਈ। ਸੋ ਵਕਤ ਜ਼ਾਇਆ ਨਾ ਕਰੀਏ, ਬੇਸ਼ਕੀਮਤੀ ਹੈ। ਆਓ ਸ਼ਬਦ ਦੀ ਵਿਚਾਰ ਆਪ ਜੀ ਦੇ ਸਾਹਮਣੇ ਸ਼ੁਰੂ ਕਰਾਂ। ਆਪ ਜੀ ਨੇ ਇਕਾਗਰਤਾ ਬਖਸ਼ਿਸ਼ ਕਰਨੀ, ਸਾਥ ਦੇਣਾ। ਚੰਦ ਕੁ ਮਿੰਟ ਨੇ, ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿਵੇਂ ਲੰਘ ਗਏ ਨੇ। ਇੱਕ ਵਾਰ ਸਾਰੇ ਕਿਰਪਾ ਕਰੋ, ਪਿਆਰ ਨਾਲ ਰਸਨਾ ਪਵਿੱਤਰ ਕਰੋ। ਆਖੋ ਸਤਨਾਮ ਸ੍ਰੀ
ਗੁਰੂ ਸੰਗਤ ਜੀ, ਧਰਮ ਦੀ ਦੁਨੀਆ ਵਿੱਚ ਜਿਹੜੀ ਧਾਰਮਿਕ ਗਤੀਵਿਧੀਆਂ ਨੇ, ਪ੍ਰੋਸੈਸਿੰਗ ਹੈ, ਉਹ ਅਨੰਤ ਕਿਸਮ ਦੀ ਹੈ। ਸਿਰਫ ਇੱਕ ਮਜ਼ਹਬ ਦੀ ਜੇ ਤੁਸੀਂ ਗੱਲ ਲੈ ਕੇ ਬਹਿ ਜਾਓ ਤਾਂ ਕਈ ਉਸ ਦੇ ਤਰੀਕੇ ਨੇ, ਕਿਉਂਕਿ ਹਰ ਸੰਪਰਦਾ ਦਾ ਆਪਣਾ ਸਿਧਾਂਤ ਹੈ। ਫਾਰ ਐਗਜ਼ਾਮਪਲ, ਹਿੰਦੂ ਮਤ ਵਿੱਚ ਸਿਰਫ ਜੋਗੀ ਨਹੀਂ, ਕਈ ਸੰਸਥਾ ਨੇ, ਪਰ ਜੇ ਇਕੱਲੇ ਜੋਗ ਮਤ ਨੂੰ ਤੁਸੀਂ ਵਿਸ਼ਲੇਸ਼ਣ ਕਰੋ ਤੇ ਉਹਦੀਆਂ 12 ਬ੍ਰਾਂਚੇਜ ਨੇ। ਹੁਣ ਜਿਹੜੀਆਂ 12 ਬ੍ਰਾਂਚੇਜ ਨੇ, ਉਹਨਾਂ 12 ਦਾ ਹੀ ਆਪਣਾ ਆਪਣਾ ਸਿਧਾਂਤ ਹੈ। ਉਹਨਾਂ 12 ਵਿੱਚੋਂ ਕਿਸੇ ਦਾ ਵੀ ਇੱਕ ਦੂਜੇ ਨਾਲ ਮੈਚ ਨਹੀਂ ਕਰਦਾ। ਇਸੇ ਪ੍ਰਕਾਰ ਤੁਸੀਂ ਬਾਕੀ ਸੰਪਰਦਾਵਾਂ ਵਿੱਚ ਚਲੇ ਜਾਓਗੇ ਤੇ ਉਹਨਾਂ ਦੇ ਆਪਣੇ ਆਪਣੇ ਵਿਚਾਰਧਾਰਾ। ਲਿਹਾਜ਼ਾ ਧਰਮ ਦੀ ਦੁਨੀਆ ਵਿੱਚ ਪ੍ਰਭੂ ਪ੍ਰਾਪਤੀ ਲਈ, ਜੀਵਨ ਸਫਲ ਕਰਨ ਲਈ ਜੁਦਾ ਕਿਸਮ ਦੇ, ਅਲੱਗ-ਅਲੱਗ ਕਿਸਮ ਦੇ, ਡਿਫਰੈਂਟ ਟਾਈਪ ਦੇ ਤਰੀਕੇ ਲੋਕ ਅਪਣਾਉਂਦੇ ਨੇ। ਅੱਜ ਭਗਤ ਨਾਮਦੇਵ ਸਾਹਿਬ ਨੇ ਇੱਕ ਕਾਮਨ ਜੀ, ਇੱਕ ਬਿਲਕੁਲ ਸਾਂਝੀ ਜੀ ਗੱਲ ਦੱਸੀ ਹੈ ਵੀ ਧਰਮ ਕਮਾਉਣਾ ਹੋਵੇ ਤੇ ਸਭ ਤੋਂ ਆਸਾਨ ਤੇ ਸਭ ਤੋਂ ਉੱਤਮ ਤਰੀਕਾ ਕੀ ਹੈ। ਉਮੀਦ ਹੈ ਤੁਸੀਂ ਦਿਲਚਸਪੀ ਦਿਖਾਓਗੇ। ਤੋ ਭਗਤ ਨਾਮਦੇਵ ਸਾਹਿਬ ਕਹਿੰਦੇ ਨੇ ਵੀ ਵੇਖੋ, ਧਰਮ ਦੀ ਦੁਨੀਆ 'ਚ ਤੁਸੀਂ ਜੋ ਮਰਜ਼ੀ ਕਰ ਲਓ, ਮੁਬਾਰਕ ਹੈ, ਪਰ ਸਿਮਰਨ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ। ਧਰਮ ਦੀ ਦੁਨੀਆ ਵਿੱਚ ਕੋਈ ਦਾਨ ਕਰਦਾ ਹੈ, ਕੋਈ ਪੁੰਨ ਕਰਦਾ ਹੈ, ਕੋਈ ਪਾਠ ਕਰਦਾ ਹੈ, ਕੋਈ ਵਿਚਾਰ ਕਰਦਾ ਹੈ, ਕੋਈ ਤੀਰਥਾਂ ਤੇ ਨਹਾਉਂਦਾ ਹੈ, ਕੋਈ ਜੱਗ ਕਰਦਾ ਹੈ, ਕੋਈ ਮੱਕੇ ਦੀ ਜ਼ਿਆਰਤ ਤੇ ਜਾਂਦਾ ਹੈ, ਕੋਈ ਭੁੱਖਾ ਰਹਿੰਦਾ ਹੈ, ਕੋਈ ਪ੍ਰਾਣਾਯਾਮ ਕਰਦਾ ਹੈ। ਮਤਲਬ ਜੇ ਅਸੀਂ ਆਹਿਸਤਾ ਆਹਿਸਤਾ ਇਸ ਤਰ੍ਹਾਂ ਐਕਸਪਲੇਨ ਕਰਨ ਲੱਗੀਏ ਤੇ ਭਾਵੇਂ ਤੁਸੀਂ 2 ਦਿਨ ਇਹਨਾਂ ਕਰਮ ਕਾਂਡਾਂ ਨੂੰ ਗਿਣਦੇ ਰਹੋ। ਪਰ ਸਿੱਖੀਜ਼ਮ ਇਸ ਗੱਲ ਨੂੰ ਪ੍ਰਚੰਡ ਕਰਦੀ ਹੈ ਵੀ ਬਾਕੀ ਸਾਰੇ ਕਰਮ ਆਪਣੀ ਆਪਣੀ ਜਗ੍ਹਾ ਮੁਬਾਰਕ ਨੇ, ਹਰ ਇੱਕ ਨੂੰ ਆਜ਼ਾਦੀ ਹੈ, ਉਹ ਜਿਵੇਂ ਮਰਜ਼ੀ ਵਿਚਰੇ, ਪਰ ਸਿਮਰਨ ਦਾ ਕੋਈ ਮੁਕਾਬਲਾ ਨਹੀਂ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਫਰਮਾਨ ਹੈ, ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਜਿੰਨੇ ਵੀ ਧਾਰਮਿਕ ਰਸਤੇ ਨੇ, ਧਾਰਮਿਕ ਤਰੀਕੇ ਨੇ, ਉਹਨਾਂ ਵਿੱਚ ਸਭ ਤੋਂ ਸ੍ਰੇਸ਼ਟ ਤਰੀਕਾ ਜਿਹੜਾ ਹੈ, ਉੱਤਮ ਤਰੀਕਾ ਜਿਹੜਾ ਹੈ, ਉਹ ਹਰੀ ਪ੍ਰਭੂ ਦਾ ਨਾਮ ਜਪਣਾ, ਯਾਨੀ ਮੈਡੀਟੇਸ਼ਨ ਹੈ, ਸਿਮਰਨ ਹੈ, ਯਾਦੇ ਇਲਾਹੀ ਹੈ। ਇਸ ਵਾਸਤੇ ਰਹਾਉ ਵਾਲੀਆਂ ਪੰਕਤੀਆਂ ਵਿੱਚ ਭਗਤ ਨਾਮਦੇਵ ਸਾਹਿਬ ਕਹਿੰਦੇ ਨੇ ਵੀ ਤੂੰ ਜੋ ਮਰਜ਼ੀ ਕਰ ਲੈ, ਉਹਨਾਂ ਸਾਰੇ ਕਰਮਾਂ ਵਿੱਚੋਂ ਕੋਈ ਵੀ ਕੰਮ ਸਿਮਰਨ ਤੱਕ ਨਹੀਂ ਪਹੁੰਚ ਸਕਦਾ। ਤੁਹਾਡੇ ਸਾਰਿਆਂ ਦੇ ਮੂੰਹ ਚੜੇ ਬੋਲ ਨੇ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ। ਮੈਂ ਸਾਰੇ ਸ਼ਾਸਤਰ, ਪੁਰਾਣ, ਵੇਦ, ਉਹਨਾਂ ਦਾ ਐਨਾਲਿਸਿਸ ਕੀਤਾ, ਅਧਿਐਨ ਕੀਤਾ, ਔਰ ਮੈਂ ਉਹਨਾਂ ਸਾਰਿਆਂ ਦਾ ਮੰਥਨ ਕਰਕੇ ਉਹਨਾਂ ਨੂੰ ਨਿਚੋੜਿਆ ਬਈ ਇਹਨਾਂ ਦਾ ਨਿਚੋੜ ਕੀ ਹੈ। ਤੋ ਸਾਰੇ ਧਾਰਮਿਕ ਗ੍ਰੰਥ ਕੂਕ ਕੇ ਕਹਿ ਰਹੇ ਸਨ ਵੀ ਸਿਮਰਨ ਦਾ ਕੋਈ ਮੁਕਾਬਲਾ ਨਹੀਂ ਹੈ। ਬਹੁ ਸ਼ਾਸਤਰ ਬਹੁ ਸਿਮਰਤੀ, ਸਿਮਰਤੀਆਂ ਪੇਖੇ ਮੈਂ ਵੇਖੇ, ਸਰਬ ਟੰਡੋਲ, ਉਹਨਾਂ ਵਿੱਚੋਂ ਮੈਂ ਢੂੰਡਿਆ, ਐਨਾਲਿਸਿਸ ਕੀਤਾ, ਅਧਿਐਨ ਕੀਤਾ, ਸਟੱਡੀ ਕੀਤੀ। ਕਹਿਣ ਲੱਗੇ ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਹਰੀ ਨਾਮ ਦੇ ਤੁਲ ਕੁਛ ਨਹੀਂ ਹੈ। ਅੱਛਾ, ਜਦੋਂ ਇਹ ਤੁਸੀਂ ਸ਼ਲੋਕ ਪੜ੍ਹਦੇ ਹੋ ਜਿਹੜਾ ਮੈਂ ਸਾਂਝਾ ਕੀਤਾ, ਅੱਗੇ ਫਿਰ ਇਹਦੀ ਵਿਆਖਿਆ ਕੀਤੀ, ਜਾਪ ਤਾਪ ਗਿਆਨ ਸਭ ਧਿਆਨ, ਜਿੰਨੇ ਮਰਜੀ ਜਾਪ ਕਰ ਲੈ, ਤਾਪ ਕਰ ਲੈ, ਗਿਆਨ ਧਿਆਨ ਕਰ ਲੈ, ਖਟ ਸ਼ਾਸਤਰ ਸਿਮਰਤ ਵਖਿਆਨ, ਜੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਧੇ ਫਿਰਿਆ। ਫਿਰ ਲਗਾਤਾਰ ਗਨਾਈ ਜਾਂਦੇ ਨੇ ਤੇ ਕਹੀ ਜਾਂਦੇ ਨੇ ਨਾਮ ਦਾ ਕੋਈ ਮੁਕਾਬਲਾ ਨਹੀਂ, ਨਾਮ ਦਾ ਕੋਈ ਮੁਕਾਬਲਾ ਨਹੀਂ, ਸਿਮਰਨ ਦਾ ਕੋਈ ਮੁਕਾਬਲਾ ਨਹੀਂ।
ਇਸ ਲਈ ਕੋਈ ਵੀ ਤੂੰ ਕਰਮ ਕਰ ਲੈ, ਉਹ ਕਰਮ ਸਿਮਰਨ ਤੱਕ ਨਹੀਂ ਪਹੁੰਚ ਸਕਦਾ। ਸਿੱਖੀਜ਼ਮ ਵਿੱਚ ਸਿਮਰਨ ਸਭ ਤੋਂ ਸ੍ਰੇਸ਼ਟ ਹੈ। ਤਉ ਨਾ ਪੂਜੈ, ਇਹਨੂੰ ਪੂਜੈ ਵੀ ਕਹਿੰਦੇ ਨੇ ਸਾਡੇ ਪਾਠੀ, ਪਰ ਪੱਪੇ ਥੱਲੇ ਔਂਕੜ ਹੈ, ਪੂਜੈ ਹੈ। ਤਉ ਨਾ ਪੂਜੈ ਹਰ ਕੀਰਤ ਨਾਮਾ, ਕੋਈ ਵੀ ਕੰਮ ਕਰ ਲੈ ਹਰੀ ਦੀ ਕੀਰਤੀ ਦਾ ਮੁਕਾਬਲਾ ਨਹੀਂ ਕਰ ਸਕਦੀ। ਫਿਰ ਮੈਂ ਕੀ ਕਰਾਂ ਮਹਾਰਾਜ? ਹੁਣ ਅਗਲੀ ਗੱਲ ਬੜੇ ਧਿਆਨ ਨਾਲ ਸੁਣਿਓ। ਮਹਾਰਾਜ ਕੀ ਸਿਮਰਨ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ, ਫਿਰ ਮੈਂ ਕੀ ਕਰਾਂ? ਤੇ ਹਜ਼ੂਰ ਕਹਿੰਦੇ ਨੇ ਮੁਖਾਤਬ ਦੇ ਆਪਣੇ ਆਪ ਨੂੰ ਹੁੰਦੇ ਨੇ, ਪਰ ਸਮਝਾਉਂਦੇ ਸਾਨੂੰ ਨੇ। ਤੇ ਹਜ਼ੂਰ ਕਹਿੰਦੇ ਨੇ ਆਪਣੇ ਰਾਮਹਿ ਭਜ ਰੇ ਮਨ ਆਲਸੀਆ। ਆਲਸ ਹੋ ਸਕਦਾ ਕੋਈ ਮਨੁੱਖ ਕਿਸੇ ਦੁਨਿਆਵੀ ਕੰਮ ਵਿੱਚ ਆਲਸ ਨਾ ਕਰਦਾ ਹੋਵੇ। ਕੁਝ ਰੂਹਾਂ ਤੇ ਐਸੀਆਂ ਨੇ ਉਹ ਸਿਮਰਨ ਕਰਨ ਲੱਗੇ ਵੀ ਆਲਸ ਨਹੀਂ ਕਰਦੇ। ਪਰ ਇਹ ਵੇਖਣ ਚ ਆਇਆ ਹੈ ਵੀ ਪਹਿਲੇ ਤੇ ਉਹ ਕੈਟਾਗਰੀ ਹੈ ਜਿਹੜੀ ਹਰ ਕੰਮ 'ਚ ਹੀ ਆਲਸ ਕਰਦੀ ਹੈ, ਹਰ ਕੰਮ ਨੂੰ ਡਿਲੇ ਕਰੀ ਜਾਣਾ ਵੀ ਕੋਈ ਨਹੀਂ ਭਲਕੇ ਕਰਾਂਗੇ, ਪਰਸੋਂ ਕਰਾਂਗੇ, ਆਲਸ ਕਰ ਜਾਣਾ। ਔਰ ਜਿਹੜਾ ਚੰਗਾ ਕੰਮ ਹੈ ਉਹਦਾ ਤੇ ਆਲਸ ਕਰ ਜਾਣਾ ਹੈ, ਜਿਹੜਾ ਮਾੜਾ ਕੰਮ ਹੈ ਨਾ ਖਿਮਾ ਕਰਨਾ, ਉਹਦਾ ਆਲਸ ਨਹੀਂ ਕਰਨਾ, ਉਹਨੂੰ ਡਿਲੇ ਨਹੀਂ ਕਰਨਾ, ਪੋਸਟਪੋਨ ਨਹੀਂ ਕਰਨਾ, ਕਹਿੰਦੇ ਹੁਣੇ ਹੀ ਕਰ ਦਿੰਦੇ ਆ। ਇਹਨੂੰ ਹਜ਼ੂਰ ਕਹਿੰਦੇ ਨੇ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਜਦੋਂ ਕੋਈ ਬੁਰਾ ਕੰਮ ਕਰਨਾ ਸੀ ਉਦੋਂ ਇੱਕਦਮ ਉੱਠ ਕੇ ਕੰਬਲ ਬਲੈਂਕਟ ਪਰਾਂ ਸੁੱਟ ਕੇ ਸਾਵਧਾਨ ਖੜਾ ਹੋ ਜਾਂਦਾ, ਆਓ ਚੱਲੀਏ। ਤੇ ਜਦੋਂ ਨਾਮ ਜਪਣ ਦਾ ਵੇਲਾ ਆਵੇ ਉਦੋਂ ਘੜੀ ਵੱਲ ਵੇਖ ਕੇ ਉੱਠ ਕੇ ਅਲਾਰਮ ਬੰਦ ਕਰਕੇ ਕਹਿੰਦਾ ਕੋਈ ਨਹੀਂ 5 ਮਿੰਟਾਂ ਨੂੰ ਉੱਠਣੇ ਆ। ਉਹ 5 ਮਿੰਟ ਕਈ ਵਾਰ ਘੰਟਾ ਲੰਘ ਜਾਂਦਾ, ਕਈ ਵਾਰ 2 ਘੰਟੇ ਵੀ ਲੰਘ ਜਾਂਦੇ ਨੇ। ਮਨ ਆਲਸ ਕਰ ਜਾਂਦਾ ਹੈ। ਮਨ ਦਾ ਸੁਭਾਅ ਹੈ ਇਹ ਮਾੜੇ ਕੰਮ ਲਈ ਆਲਸ ਭਾਵੇਂ ਨਾ ਕਰੇ, ਚੰਗੇ ਕੰਮ ਲਈ ਇਹ ਆਲਸ ਕਰ ਹੀ ਜਾਂਦਾ ਹੈ। ਇਹ ਆਲਸ ਕਰ ਜਾਂਦਾ ਮੀਨ ਵੀ ਇਹ ਨਹੀਂ 100% ਲੋਕ ਕਰ ਜਾਂਦੇ ਨੇ, ਪਰ ਜ਼ਿਆਦਾਤਰ ਲੋਕ ਕਰ ਜਾਂਦੇ ਨੇ। ਇਸ ਵਾਸਤੇ ਸਾਨੂੰ ਟੁੰਬਣ ਵਾਸਤੇ ਭਗਤ ਨਾਮਦੇਵ ਸਾਹਿਬ ਮਹਾਰਾਜ ਆਪਣੇ ਆਪ ਨੂੰ ਸੰਬੋਧਨ ਕਰਕੇ ਮੁਖਾਤਬ ਹੋ ਕੇ ਕਹਿੰਦੇ ਨੇ ਆਪਣੇ ਰਾਮਹਿ ਭਜ ਰੇ ਮਨ ਆਲਸੀਆ। ਆਲਸ ਦੇ ਵਿਪਰੀਤ ਸ਼ਬਦ ਹੈ ਉਦਮ, ਔਰ ਸਾਨੂੰ ਹੁਕਮ ਹੈ ਉਦਮ ਕਰੇਂਦਿਆਂ ਜੀਓ ਤੂੰ, ਕਮਾਵੰਦਿਆਂ ਸੁਖ ਪੁੰਜ, ਧਿਆਏਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਜੇ ਤੂੰ ਉਦਮ ਕਰੇਂਗਾ ਦੁਨਿਆਵੀ ਪੱਖ ਤੋਂ ਤੇ ਉਦਮੀ ਕੋਲ ਰਿਜ਼ਕ ਦੀ ਕਮੀ ਨਹੀਂ ਹੁੰਦੀ, ਉਹਦੇ ਕੋਲ ਰਿਜ਼ਕ ਹੁੰਦਾ ਹੀ ਹੁੰਦਾ। ਤੇ ਜੇ ਉਸ ਉਦਮ ਦੇ ਨਾਲ ਨਾਲ ਤੂੰ ਦੂਸਰਾ ਉਦਮ ਵੀ ਸ਼ੁਰੂ ਕਰ ਲਿਆ ਸਿਮਰਨ ਦਾ, ਤੇ ਧਿਆਏਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਅਸੀਂ ਕਈ ਵਾਰ ਕੋਈ ਬੰਦਾ ਲੜਾਕਾ ਟਾਈਪ ਹੋਵੇ ਨਾ, 2-4-5 ਤੇ ਭਾਰੂ ਹੋਵੇ ਤੇ ਉਹਨੂੰ ਕਹਿੰਦੇ ਆ ਵੀ ਬੜਾ ਸੂਰਮਾ ਹੈ। ਕੋਈ ਸ਼ੱਕ ਨਹੀਂ ਉਹ ਸੂਰਮਾ ਹੈ। ਪਰ ਮਾਝਕੀ ਵਾਰ ਵਿੱਚ ਇੱਕ ਥਾਂ ਤੇ ਗੁਰੂ ਨਾਨਕ ਸਾਹਿਬ ਪਤਾ ਕਿਹਨੂੰ ਸੂਰਮਾ ਕਹਿੰਦੇ? ਕਹਿੰਦਾ ਜਿਹੜਾ ਦਲਿੱਦਰ ਨਾਲ, ਜਿਹੜਾ ਆਲਸ ਨਾਲ ਲੜੇ ਤੇ ਆਲਸ ਨੂੰ ਹਰਾ ਦੇ ਤੇ ਆਪ ਜਿੱਤ ਜਾਏ, ਉਹ ਸੂਰਮਾ ਹੈ। ਫਿਰ ਅਰਜ਼ ਕਰਾਂ, ਜਿਹੜਾ ਆਲਸ ਨੂੰ ਹਰਾ ਦੇ। ਸਬਾਹੀ ਸਲਾਹ ਸੁਬਾ ਸੁਬਾ, ਸਬਾਹੀ ਸਲਾਹ ਸੁਬਾ ਸੁਬਾ, ਜਿਨੀ ਧਿਆਇਆ ਇੱਕ ਮਨ ਸਹੀ ਪੂਰੇ ਸ਼ਾਹ, ਵਕਤ ਹੈ ਉੱਪਰ ਲੜ ਮੂਏ। ਵਕਤ ਕਿਹੜਾ ਹੈ? ਅੰਮ੍ਰਿਤ ਵੇਲਾ। ਜਿਹੜੇ ਵਕਤ ਸਿਰ ਆਲਸ ਨਾਲ ਲੜੇ, ਆਲਸ ਨੂੰ ਖਦੇੜ ਦਿੱਤਾ ਤੇ ਸਾਵਧਾਨ ਹੋ ਗਏ। ਹੁਣ ਅੰਮ੍ਰਿਤ ਵੇਲੇ ਉੱਠਣ ਵਾਲੇ ਵਿਅਕਤੀ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ। ਕੱਲ ਕੱਲੇ ਸਿਮਰਨ ਦੀ, ਨਾਮ ਜਪਣ ਦੀ, ਬਾਣੀ ਪੜਨ ਦੀ, ਗੁਰਦੁਆਰੇ ਆਉਣ ਦੀ ਨਹੀਂ।
ਵੈਸੇ ਵੀ ਇੱਕ ਬੰਦਾ ਅੱਛਾ ਫਾਰ ਐਗਜ਼ਾਮਪਲ 6 ਵਜੇ ਉੱਠਦਾ ਹੈ, ਉਹਦੇ ਮੁਕਾਬਲੇ ਤੇ ਦੂਸਰਾ 9 ਵਜੇ ਉੱਠਦਾ। ਜਿਹੜਾ 9 ਵਜੇ ਉੱਠਦਾ ਹੈ ਉਹ ਪਰ ਡੇ ਆਪਣੇ 3 ਘੰਟੇ ਜਿਹੜੇ ਨੇ ਉਹ ਆਪਣੀ ਜ਼ਿੰਦਗੀ ਚੋਂ ਮਨਫੀ ਕਰ ਦਿੰਦਾ। 30 30 90 ਤੇ 90 ਨੂੰ ਹੁਣ 12 ਨਾਲ ਗੁਣਾ ਕਰ ਲਓ, 10,800 ਦੇ ਕਰੀਬ ਘੰਟੇ ਬਣ ਗਏ। ਖਿਮਾ ਕਰਨਾ 1000 ਤੋਂ ਵੀ ਉੱਪਰ ਘੰਟੇ ਬਣ ਗਏ। ਅਸੀਂ ਇੱਕ ਮਹੀਨੇ 'ਚ ਜ਼ਾਇਆ ਕਰ ਲਏ, ਸਾਲ ਦੇ ਜੋੜ ਲਓ ਔਰ ਜ਼ਿੰਦਗੀ ਦੇ ਜੋੜ ਲਓ, ਇਹ ਘਾਟਾ ਕਦੀ ਪੂਰਾ ਹੋ ਹੀ ਨਹੀਂ ਸਕਦਾ। ਇਸ ਲਈ ਆਲਸ ਨਹੀਂ ਕਰਨਾ ਸਿੱਖਨੇ। ਤੁਸੀਂ ਉਹ ਆਲਸੀਆਂ ਦੀ ਕਥਾ ਸੁਣੀ ਹੋਵੇਗੀ, ਸਾਰਾ ਪਰਿਵਾਰ ਹੀ ਆਲਸੀਆਂ ਦਾ ਹੈ। ਉਹ ਮੇਰੇ ਵਾਂਗੂ ਨਾ ਸਵੇਰੇ ਕਥਾ ਕਰ ਲਈ, ਸ਼ਾਮ ਨੂੰ ਕਰ ਲਈ, ਸਾਰਾ ਦਿਨ ਮੰਜੀ ਤੇ ਲੰਮੇ ਪੈ ਕੇ ਸ਼ੇਖ ਸ਼ਿਲੀਆਂ ਨੂੰ ਵੱਡੇ ਵੱਡੇ ਮਹਿਲ ਉਸਾਰਨੇ ਨੇ, ਗੱਲੀ ਬਾਤੀ ਸੁਰਤ ਵਿੱਚ ਹੀ ਏਦਾਂ ਕਰ ਦਿਆਂਗਾ ਉਦਾਂ ਕਰ ਦਿਆਂਗਾ। ਭਲਾ ਲੰਮੇ ਪੈ ਕੇ ਕੁਝ ਹੁੰਦਾ? ਮੰਜੇ ਤੇ ਲੰਮੇ ਪੈ ਕੇ ਛੱਤ ਵੱਲ ਵੇਖੀ ਜਾਈਏ, ਕੰਧਾਂ ਵੱਲ ਵੇਖੀ ਜਾਈਏ, ਜਿੰਨੀਆਂ ਮਰਜ਼ੀ ਬਿਉਂਤਾਂ ਬੁਣੀਏ ਸੁਰਤ ਵਿੱਚ, ਅਮਾਲ ਵਿੱਚ ਤੇ ਨਹੀਂ ਨਾ ਹੁੰਦੀਆਂ ਜੀ। ਮੈਨੂੰ ਖਿਮਾ ਕਰਨਾ, ਅਮਲ ਵਿੱਚ ਉਹ ਲੋਕ ਕੁਛ ਕਰਦੇ ਨੇ ਜਿਹੜੇ ਉਦਮ। ਅੱਛਾ, ਸਾਰਾ ਪਰਿਵਾਰ ਆਲਸੀਆਂ ਦਾ। ਆਲਸੀ ਤੇ ਇੱਕ ਨਹੀਂ ਮਾਨ। ਉਦੋਂ ਲਾਲਟਨਾਂ ਹੁੰਦੀਆਂ ਸਨ, ਦੀਵੇ ਹੁੰਦੇ ਸਨ, ਤੇ ਸਿਆਲ ਦੇ ਦਿਨ ਸਨ, ਤੇ ਉਹਨਾਂ ਕੀ ਕੀਤਾ ਵੀ ਲਾਲਟਨ ਬੁਝਾਉਣ ਦਾ ਵਾਰੀ ਬਣ ਲਈ। ਵੀ ਰਜਾਈ ਚ ਉੱਠ ਕੇ ਲਾਲਟਨ ਬੁਝਾਣੀ ਹੈ। ਕੋਈ ਖਾਲਾ ਜੀ ਦਾ ਘਰ ਹੈ, ਐਡਾ ਵੱਡਾ ਜੰਗ ਜਿੱਤਣਾ ਹੈ, ਪਰਤ ਕੇ ਫਿਰ ਆ ਕੇ ਰਜਾਈ ਨਿੱਘੀ ਕਰਨੀ ਹੈ। ਉਹਨਾਂ ਵਾਰੀ ਬੱਧੀ ਸੀ। ਇੱਕ ਦਿਨ ਬੇਟੇ ਨੇ ਲਾਲਟਨ ਉੱਠ ਕੇ ਬੁਝਾਈ, ਇੱਕ ਦਿਨ ਬੇਟੀ ਨੇ ਬੁਝਾਈ, ਇੱਕ ਦਿਨ ਪਤਨੀ ਨੇ ਬੁਝਾਈ। ਇੱਕ ਵਾਰ ਸਾਰੇ ਪਿਆਰ ਨਾਲ ਆਖੋ ਸਤਨਾਮ ਸ੍ਰੀ। ਤੇ ਪ੍ਰੇਮੀਓ, ਵਾਰੀ ਆ ਗਈ ਘਰ ਦੇ ਮੁਖੀ ਦੀ। ਸਵਾਣੀ ਕਹਿਣ ਲੱਗੀ, ਜੀ ਅੱਜ ਵਾਰੀ ਤੁਹਾਡੀ ਹੈ, ਉੱਠੋ ਲਾਲਟਨ ਬੁਝਾਓ, ਦੀਵਾ ਬੁਝਾਓ। ਲੈਂਪ ਇਸ ਤਰ੍ਹਾਂ ਪਿਆ ਸੀ ਖੁੱਲਾ, ਜਿਵੇਂ ਦੀਵੇ ਹੁੰਦੇ ਨੇ, ਉਹ ਚਿਰਾਗਦਾਨ ਤੇ ਰੱਖਿਆ ਸੀ। ਆਖਣ ਲੱਗੀ ਤੁਹਾਡੀ ਵਾਰੀ ਹੈ, ਬੁਝਾਓ। ਹੁਣ ਉਹ ਮਹਾ ਆਲਸੀ, ਆਲਸੀਆਂ ਦਾ ਸਰਦਾਰ, ਉਹ ਲੰਮਾ ਪਿਆ ਪਿਆ ਕਹਿਣ ਲੱਗਾ ਵੀ ਪਹਾੜਾਂ ਵਾਲੀਏ ਦੇਵੀਏ, ਵੀ ਅੱਜ ਵਾਰੀ ਹੈ ਮੇਰੀ, ਤੇ ਕਿਰਪਾ ਕਰਕੇ ਨਾ ਤੂੰ ਦੀਵਾ ਬੁਝਾ ਦੇ, ਤੇ ਮੈਂ ਸਾਰੇ ਪਰਿਵਾਰ ਨੂੰ ਲੈ ਕੇ ਤੇਰੇ ਦਰਸ਼ਨਾਂ ਵਾਸਤੇ ਆਵਾਂਗਾ। ਕਰਨਾ ਕੁਦਰਤ ਦਾ ਵੀ ਕੋਈ ਭੰਬਟ ਆਇਆ ਤੇ ਉਹਦੇ ਵਿੱਚ ਵੱਜਾ ਤੇ ਦੀਵਾ ਸੱਚੀ ਮੁੱਚੀ ਬੁੱਝ ਗਿਆ। ਤੇ ਉਹ ਘਰ ਵਾਲੀ ਕਹਿਣ ਲੱਗੀ, ਜੀ ਸਾਨੂੰ ਵਕਤ ਪਾਓਗੇ ਸਾਰਿਆਂ ਨੂੰ, ਹੁਣ ਪਹਾੜਾਂ 'ਚ ਖਿੱਚੀ ਫਿਰੋਗੇ। ਆਖਣ ਲੱਗਾ ਤੂੰ ਫਿਕਰ ਨਾ ਕਰ, ਉਹ ਐਡੀ ਭੋਲੀ ਨਹੀਂ। ਉਹਨੂੰ ਪਤਾ ਜਿਹੜਾ ਨਠੱਲਾ ਉੱਠ ਕੇ ਦੀਵਾ ਨਹੀਂ ਬੁਝਾ ਸਕਦਾ, ਉਹ ਪਹਾੜਾਂ 'ਚ ਦਰਸ਼ਨ ਕਰਨ ਕਿੱਥੋਂ ਆ ਜਾਏਗਾ। ਪਹਾੜਾਂ 'ਚ ਨਹੀਂ ਜਾਣਾ ਪੈਂਦਾ। ਤੋ ਆਲਸੀ ਮਨੁੱਖ ਜਿਹੜਾ ਹੈ, ਉਹ ਧਰਮ ਦੀ ਦੁਨੀਆ ਛੱਡੋ, ਦੁਨਿਆਵੀ ਦੁਨੀਆ ਵਿੱਚ ਵੀ ਉਹ ਪ੍ਰਵਾਨ ਨਹੀਂ ਹੈ। ਅਸੀਂ ਕਈ ਵਾਰ ਇਹ ਆਪਣੇ ਆਪ ਨੂੰ ਪ੍ਰਪੇਅਰ ਕਰ ਲੈਂਦੇ ਹਾਂ ਵੀ ਫਲਾਣਾ ਮੇਰਾ ਦੁਸ਼ਮਣ ਹੈ, ਫਲਾਣਾ ਵਿਰੋਧੀ ਹੈ, ਉਹਦੇ ਕਰਕੇ ਮੇਰਾ ਕੰਮ ਨਹੀਂ ਹੋਇਆ, ਉਹਦੇ ਕਰਕੇ ਨਹੀਂ ਹੋਇਆ। ਪਰ ਅਸਲ ਵਿੱਚ ਮਨੁੱਖ ਦਾ ਜਿਹੜਾ ਬਹੁਤ ਜ਼ਿਆਦਾ ਵਿਰੋਧੀ ਉਹਦੇ ਆਪਣੇ ਐਬ ਨੇ, ਔਰ ਉਹਨਾਂ ਐਬਾਂ ਵਿੱਚੋਂ ਇੱਕ ਐਬ ਆਲਸ ਵੀ ਹੈ। ਇਕਾਗਰਤਾ ਬਣਾਈ ਰੱਖੋ ਜੀ। ਆਖੋ ਸਤਨਾਮ ਸ੍ਰੀ। ਆਪਣੇ ਰਾਮੈ ਭਾਜਰੇ ਮਨ ਆਲਸੀਆ। ਇਹ ਮੇਰੇ ਆਲਸੀ ਮਨ, ਆਪਣੇ ਉਸ ਰਾਮ ਨੂੰ ਭੱਜ, ਕਿਉਂਕਿ ਰਾਮ ਦੇ ਸਿਮਰਨ ਦਾ ਕੋਈ ਕਰਮਕਾਂਡ, ਕੋਈ ਹੋਰ ਜੋ ਧਾਰਮਿਕ ਉਦਮ ਹੈ, ਉਹ ਮੁਕਾਬਲਾ ਨਹੀਂ ਕਰ ਸਕਦਾ। ਰਹਾਓ, ਕਿਉਂਕਿ ਰਹਾਓ ਵਾਲੀਆਂ ਪੰਕਤੀਆਂ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਹੁਣ ਭਗਤ ਜੀ ਉਹਦੀ ਵਿਆਖਿਆ ਕਰਨ ਲੱਗੇ ਨੇ। ਕਹਿਣ ਲੱਗੇ ਅਸੁਮੇਧ ਜਗਨੇ, ਇਹਨੂੰ ਅਸੀਂ ਅਸਮੇਧ ਹੀ ਪਾਠ ਕਰਨੇ ਆ। ਪਰ ਮੈਨੂੰ ਮੇਰੇ ਵਿਦਿਆ ਦਾਤੇ ਨੇ, ਜਦੋਂ ਮੈਂ ਗੁਰਮਤ ਸਿੱਖਣ ਵਾਸਤੇ ਗਿਆ, ਡਿਪਲੋਮਾ ਕੀਤਾ, ਤੇ ਉਹਨਾਂ ਕਿਹਾ ਸੀ ਵੀ ਇਹ ਜਿਹੜੀ ਦਰਮਿਆਨ ਵਿੱਚ ਔਂਕੜ ਹੈ, ਇਹ ਕਦੀ ਵੀ ਸਾਇਲੈਂਟ ਨਹੀਂ ਹੁੰਦੀ। ਇਹ ਸਾਰੇ ਗੁਰੂ ਗ੍ਰੰਥ ਸਾਹਿਬ ਸ਼ਡਿਊਲ ਕੰਮ ਕਰੇਗਾ। ਦਰਮਿਆਨ ਵਾਲੀ ਸਾਇਲੈਂਟ ਨਹੀਂ ਹੋਵੇਗੀ ਕਦੀ ਵੀ। ਅਸਮੇਧ ਜਗਨੇ ਅਸੀਂ ਕਹਿੰਦੇ ਆ, ਨਹੀਂ, ਅਸੁਮੇਧ ਜਗਨੇ।
ਉੱਥੇ ਅਸੁੱਲੂ ਇੱਕ ਧਾਤ, ਸੱਸੇ ਨੂੰ ਔਂਕੜ, ਲੱਲੇ ਨੂੰ ਦਲੌਂਕੜ, ਉੱਥੇ ਵੀ ਥੋੜੀ ਜਿਹੀ ਗੜਬੜ ਹੁੰਦੀ ਹੈ। ਫਲੋ ਬਣਾਉਣ ਚ ਲਾ ਲਓ ਜਾਂ ਲਾਪਰਵਾਹੀ ਕਰਕੇ ਲਾ ਲਓ। ਅਸੁਮੇਧ ਜਗਨੇ ਤੁਲਾ ਪੁਰਖ ਦਾਨੇ, ਪ੍ਰਾਗ ਇਸਨਾਨੇ ਤਉ ਨਾ ਪੁੱਜੈ ਹਰ ਕੀਰਤ ਨਾਮਾ, ਅਪੁਨੇ ਰਾਮਹਿ ਭਜ ਰੇ ਮਨ ਆਲਸੀਆ। ਕੋਈ ਵਿਅਕਤੀ ਨਾਮ ਨਾ ਜਪੇ ਤੇ ਅਸਮੇਧ ਜਗ ਕਰੇ। ਧਰਮ ਦੀ ਦੁਨੀਆ 'ਚ ਅਸਮੇਧ ਜਗ ਦਾ ਬੜਾ ਉੱਚਾ ਥਾਂ ਹੈ। ਇੱਕ ਤੇ ਮਹਿੰਗਾ ਬੜਾ ਹੈ, ਇੱਕ ਰਿਸਕੀ ਹੈ। ਇਹ ਕਦੋਂ ਕਰਦੇ ਸਨ, ਕੌਣ ਕਰਦੇ ਸਨ? ਸੰਗਤ ਜੀ, ਲਿਖਿਆ ਹੈ ਵੀ ਜਿਹੜੇ ਰਾਜੇ ਮਹਾਰਾਜੇ ਸਨ ਜਾਂ ਬਹੁਤ ਅਮੀਰ ਲੋਕ ਸਨ, ਜਦੋਂ ਉਹਨਾਂ ਦੇ ਘਰ ਸੰਤਾਨ ਨਹੀਂ ਸੀ ਪੈਦਾ ਹੁੰਦੀ, ਪੁੱਤਰ ਦੀ ਪ੍ਰਾਪਤੀ ਲਈ, ਕਿਸੇ ਹੋਰ ਵੱਡੀ ਕਾਮਨਾ ਲਈ, ਉਹਨਾਂ ਨੂੰ ਫਿਰ ਪੁਜਾਰੀ ਕਹਿੰਦਾ ਸੀ ਵੀ ਤੁਸੀਂ ਅਸਮੇਧ ਜਗ ਕਰਾਓ। ਵੈਸੇ ਇਹਨੂੰ ਉੱਥੇ ਲਿਖਿਆ ਅਸਵਮੇਧ, ਅਸਵ ਨਾਮ ਘੋੜੇ ਦਾ ਹੈ। ਤੋ ਉਹ ਰਿਸਕੀ ਤੇ ਖਰਚੀਲਾ ਕਿਉਂ? ਮੈਂ ਸੰਖੇਪ ਜੀ ਬੇਨਤੀ ਕਰਦੇ ਹਾਂ ਵੀ ਉਹਦਾ ਤਰੀਕਾ ਹੈ ਵੀ ਤੁਹਾਨੂੰ ਇੱਕ ਘੋੜਾ ਕੁਝ ਸੂਰਮਿਆਂ ਦੀ ਦੇਖ ਰੇਖ ਵਿੱਚ ਛੱਡਣਾ ਪੈਂਦਾ ਹੈ, ਆਪਣੀ ਰਿਆਸਤ ਵਿੱਚ ਛੱਡਣਾ ਪੈਂਦਾ ਹੈ। ਕੋਈ 10, 15, 20 ਸੂਰਮੇ ਸ਼ਸਤਰਧਾਰੀ ਉਹ ਘੋੜੇ ਦੇ ਨਾਲ ਨਾਲ ਵਿਚਰਦੇ ਨੇ, ਇਹਨੂੰ ਕੋਈ ਰੋਕੇ ਨਾ। ਜਦੋਂ ਵੀ ਕਿਸੇ ਓਪਰੀ ਰਿਆਸਤ ਵਿੱਚ ਉਹ ਘੋੜਾ ਚਲਾ ਜਾਏ ਤੇ ਜਿੱਧਰੋਂ ਦੀ ਉਹ ਲੰਘ ਗਿਆ, ਉਹ ਇਲਾਕਾ ਅਸਮੇਧ ਜਗ ਕਰਾਉਣ ਵਾਲੇ ਸਮਰਾਟ ਦਾ ਹੋ ਜਾਏਗਾ, ਔਰ ਜੇ ਉਹਨੂੰ ਕੋਈ ਰੋਕੇਗਾ ਤੇ ਫਿਰ ਉੱਥੇ ਯੁੱਧ ਹੋਵੇਗਾ। ਹੁਣ ਉਹ ਫਾਰ ਐਗਜ਼ਾਮਪਲ ਉਹ ਘੋੜਾ ਫਿਰ ਕੇ ਸਾਲ ਭਰ ਉਹ ਵਾਪਸ ਆਪਣੀ ਰਿਆਸਤ ਵਿੱਚ ਆ ਗਿਆ, ਕਿਸੇ ਨੇ ਰੋਕਿਆ ਨਹੀਂ, ਤਾਂ ਫਿਰ ਉਹ ਅਸਮੇਧ ਜਗ ਉੱਥੇ ਕੀਤਾ ਜਾਏਗਾ। ਔਰ 100 ਇਸ ਤਰ੍ਹਾਂ ਦਾ ਕੋਈ ਅਸਮੇਧ ਜਗ ਸੰਪੂਰਨ ਕਰ ਲੈ ਤੇ ਕਿਹਾ ਜਾਂਦਾ ਵੀ ਉਹਨੂੰ ਇੰਦਰ ਦੀ ਪਦਵੀ ਦੀ ਪ੍ਰਾਪਤੀ ਹੁੰਦੀ ਹੈ। ਇਸ ਵਾਸਤੇ ਕਹਾਣੀਆਂ ਨੇ ਬਈ ਉਹ ਰਾਜੇ ਨੇ ਇੰਨੇ ਅਸਮੇਧ ਜਗ ਕਰ ਲਏ ਤੇ ਫਿਰ ਇੰਦਰ ਨੇ ਗੁਪਤ ਰੂਪ ਚ ਵਿਘਨ ਪਾਣਾ ਸ਼ੁਰੂ ਕਰ ਦਿੱਤਾ। ਇਹ ਜਗ ਬੜਾ ਮਹਿੰਗਾ ਹੈ ਤੇ ਬੜਾ ਰਿਸਕੀ ਵੀ ਹੈ। ਹੁਣ ਤੇ ਕੋਈ ਕਰਾਂਦਾ ਹੀ ਨਹੀਂ, ਕਰਾ ਹੀ ਨਹੀਂ ਸਕਦਾ, ਕਿਉਂਕਿ ਉਹ ਖਰਚ ਕਰ ਲਏਗਾ ਤੇ ਘੋੜਾ ਛੱਡੇ ਵੀ ਜਿੱਥੋਂ ਤੱਕ ਇਹ ਘੋੜਾ ਫਿਰੇਗਾ ਮੇਰੀ ਜ਼ਮੀਨ ਹੈ, ਤੇ ਪੋਸੀਬਲ ਨਹੀਂ। ਡੈਮੋਕ੍ਰੇਸੀ ਹੈ, ਲੈਂਡ ਆਰਡਰ ਹੈ, ਇੱਕ ਪੁਰਖੀ ਤੇ ਰਾਜ ਹੈ ਨਹੀਂ, ਤਾਂ ਹੁਣ ਉਹ ਸੰਭਵ ਨਹੀਂ ਹੈ, ਪੋਸੀਬਲ ਹੀ ਨਹੀਂ ਹੈ, ਉਹਨੂੰ ਕੋਈ ਵੀ ਨਹੀਂ ਕਰਾ ਸਕਦਾ। ਪਰ ਮੰਨ ਲਿਆ ਵੀ ਕੋਈ ਅਸਮੇਧ ਜਗ ਕਰਾ ਵੀ ਲਵੇ, ਇਹ ਬੜਾ ਰਿਸਕੀ ਤੇ ਮਹਿੰਗਾ ਜਗ ਹੋ ਜਾਏ ਤੇ ਫਿਰ ਤੁਲਾ ਪੁਰਖ ਦਾਨੇ, ਤੁਲਾ ਮੈਨੇ ਤੋਲ ਕੇ, ਪੁਰਖ ਮੈਨੇ ਮਨੁੱਖ, ਕੋਈ ਮਨੁੱਖ ਆਪਣੇ ਬਰਾਬਰ ਸੋਨਾ ਜਾਂ ਆਪਣੇ ਬਰਾਬਰ ਚਾਂਦੀ ਤੋਲ ਕੇ ਦਾਨ ਕਰੇ। ਇਹ ਛੋਟੀ ਗੱਲ ਨਹੀਂ ਸੰਗਤ ਜੀ। ਦੁਨਿਆਵੀ ਪੱਖ ਤੋਂ ਕਿਤੇ ਕਿਸੇ ਬੱਚੇ ਬੱਚੀ ਦਾ ਵਿਆਹ ਕਰਨਾ ਹੋਵੇ ਤੇ ਮਿਲਣੀਆਂ ਨੇ ਜੀ, ਉਹ ਹੈ ਜੀ 10, 15, 20 ਤੋਲੇ, 25 ਤੋਲੇ, 30 ਤੋਲੇ ਸੋਨਾ ਬਣ ਜਾਂਦਾ, ਥੋੜਾ ਜਿਹਾ ਹੋਰ ਜੁੜ ਜਾ 50 ਤੋਲੇ ਬਣ ਜਾਏ ਤੇ ਅੱਧਾ ਕਿਲੋ ਬਣ ਜਾਂਦਾ, ਦਿਵਾਲਾ ਨਿਕਲ ਜਾਂਦਾ ਖਰੀਦਣ ਲੱਗਿਆ। ਤੇ ਅਸਮ ਆਪਣੇ ਸਰੀਰ ਨਾਲ ਤੋਲ ਕੇ ਸੋਨਾ ਕੋਈ ਕਿੱਥੋਂ ਦਾਨ ਕਰ ਲਏਗਾ, ਸਧਾਰਨ ਬੰਦੇ ਦੇ ਵੱਸ ਦੀ। ਪਰ ਫਾਰ ਐਗਜ਼ਾਮਪਲ ਕੋਈ ਕਰ ਲਵੇ, ਅਸਮੇਧ ਜਗ ਵੀ ਕਰ ਲਿਆ, ਆਪਣੇ ਬਰਾਬਰ ਤੋਲ ਕੇ ਸੋਨਾ ਜਾਂ ਚਾਂਦੀ ਦਾ ਦਾਨ ਵੀ ਕਰ ਦਿੱਤਾ। ਤੁਲਾ ਪੁਰਖ ਦਾਨੇ ਪ੍ਰਾਗ ਇਸਨਾਨੇ, ਇਹਦਾ ਨਾਮ ਅੱਜ ਕੱਲ ਇਲਾਹਾਬਾਦ ਹੈ। ਇਸ ਨੂੰ ਇਲਾਹਾਬਾਦ ਵੀ ਕਹਿੰਦੇ ਨੇ, ਇਸ ਨੂੰ ਪ੍ਰਯਾਗਰਾਜ ਵੀ ਕਹਿੰਦੇ ਨੇ। ਸੰਗਤ ਜੀ, ਮਾਘ ਦੇ ਮਹੀਨੇ ਵਿੱਚ ਜਿਹੜੀ ਸੰਗਰਾਂਦ ਆਉਂਦੀ ਹੈ, ਯਾਨੀ 1 ਮਾਘ ਨੂੰ, ਮਾਘੀ ਦੇ ਮੇਲੇ ਵਾਲੇ ਦਿਨ, ਇੱਥੇ ਪ੍ਰਯਾਗਰਾਜ ਜਾ ਕੇ ਇਸ਼ਨਾਨ ਕਰਨ ਤੇ ਦਾਨ ਕਰਨ ਦਾ ਬੜਾ ਸਨਾਤਨ ਮਤ ਵਿੱਚ ਮਹਾਤਮ ਦੱਸਿਆ ਗਿਆ ਹੈ, ਸਿੱਖੀਜ਼ਮ ਵਿੱਚ ਨਹੀਂ। ਉਹ ਉਚੇਚੇ ਤੌਰ ਤੇ ਉੱਥੇ ਪਹੁੰਚ ਕੇ ਦਾਨ ਕਰਦੇ ਨੇ, ਉਹਦਾ ਬੜਾ ਮਹਾਤਮ ਹੈ। ਸਾਨੂੰ ਹਜ਼ੂਰ ਨੇ ਕਿਹਾ, ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਤੂੰ ਉਸ ਦਿਨ ਗੁਰੂ ਕੀ ਸੰਗਤ ਵਿੱਚ ਆ ਤੇ ਤ੍ਰਿਵੇਣੀ ਉੱਥੇ ਉਹ ਇਸ਼ਨਾਨ ਕਰਦੇ ਨੇ। ਗੰਗਾ ਯਮੁਨਾ 2 ਨਦੀਆਂ ਪ੍ਰਤੱਖ ਮਿਲਦੀਆਂ ਨੇ, ਔਰ ਇੱਕ ਨਦੀ ਜਿਹੜੀ ਹੈ ਮੰਨਿਆ ਗਿਆ ਵੀ ਉਹ ਗੁਪਤ ਰੂਪ ਵਿੱਚ ਮਿਲਦੀ ਹੈ, ਇਸ ਕਰਕੇ ਤ੍ਰਿਵੇਣੀ ਵੀ ਕਹਿ ਦਿੰਦੇ ਨੇ। ਤੋ ਸਿੱਖੀਜ਼ਮ ਨੇ ਕਿਹਾ ਵੀ ਕਿਸੇ ਤ੍ਰਿਵੇਣੀ ਜਾਣ ਦੀ ਜ਼ਰੂਰਤ ਨਹੀਂ,
ਸੰਗਤ ਵਿੱਚ ਆ ਕੇ ਇਸ਼ਨਾਨ ਕਰਨਾ। ਅੱਛਾ, ਉੱਥੇ ਤੇ ਪਾਣੀ ਹੈ, ਲੋਕੀ ਇਸ਼ਨਾਨ ਕਰਦੇ ਨੇ, ਇੱਥੇ ਕਾਹਦੇ ਨਾਲ ਇਸ਼ਨਾਨ ਕਰਾਂ? ਤਾਂ ਹਜ਼ੂਰ ਕਹਿਣ ਲੱਗੇ ਧੂੜੀ ਕਰ ਇਸ਼ਨਾਨ। ਹੁਣ ਸੰਗਤ ਜੀ, ਮੈਂ ਥੋੜਾ ਜਿਹਾ ਇਹਨੂੰ ਖੋਲ ਦਿਆਂ ਖਿਮਾ ਮੰਗ ਕੇ। ਤੁਸੀਂ ਜੋੜੇ ਘਰ ਚੋਂ ਡਸਟ ਇਕੱਠੀ ਕਰ ਲਓ, ਧੂੜ ਇਕੱਠੀ ਕਰ ਲਓ, ਟੱਬ 'ਚ ਪਾ ਲਓ, ਇਸ਼ਨਾਨ ਤੇ ਨਹੀਂ ਨਾ ਹੁੰਦਾ। ਕੁਝ ਗੱਲਾਂ ਦੇ ਅੱਖਰੀ ਅਰਥ ਨਹੀਂ ਲੈਣੇ ਹੁੰਦੇ, ਭਾਵ ਅਰਥ ਲੈਣੇ ਹੁੰਦੇ ਨੇ। ਧੂੜੀ ਕਰ ਇਸ਼ਨਾਨ ਤੋਂ ਭਾਵ ਹੈ ਬਈ ਜਦੋਂ ਗੁਰਦੁਆਰੇ ਆਉਣਾ ਹੈ ਨਾ, ਆਪਣਾ ਮਰਾਤਬਾ, ਆਪਣੀ ਅਮੀਰੀ, ਆਪਣਾ ਸਰੀਰਕ ਬਲ, ਆਪਣੀ ਰੋਸ਼ਨ ਦਿਮਾਗੀ, ਉਹ ਸਾਰੇ ਘਰ ਰੱਖ ਕੇ ਆਵਿਆ ਕਰ। ਇੱਥੇ ਜਿੰਨਾ ਕੋਈ ਛੋਟਾ ਹੋ ਕੇ ਆਵੇ, ਉਹਨਾਂ ਇੱਥੋਂ ਵੱਡਾ ਹੋ ਕੇ ਵਾਪਸ ਜਾਂਦਾ ਹੈ। ਔਰ ਮੈਂ ਮਾਫੀ ਮੰਗ ਕੇ ਆਪਣੀ ਕਮਿਊਨਿਟੀ ਨੂੰ ਬੇਨਤੀ ਕਰਾਂ, ਜਿੰਨਾ ਕੋਈ ਵੱਡਾ ਬਣ ਕੇ ਆਵੇ, ਉਹਨਾਂ ਇੱਥੋਂ ਬੌਣਾ ਹੋ ਕੇ ਵਾਪਸ ਜਾਂਦਾ ਹੈ। ਇਸ ਲਈ ਕੋਸ਼ਿਸ਼ ਕਰੋ ਜਦੋਂ ਇੱਥੇ ਆਵੋ ਤੇ ਛੋਟੇ ਤੋਂ ਛੋਟੇ ਬਣ ਕੇ ਆਵੋ, ਹੱਥੀ ਜੋੜੀ ਜੋ ਸਾਰਿਆਂ ਨੂੰ। ਔਰ ਫਾਰਮੈਲਿਟੀ ਨਹੀਂ, ਡਰਾਮਾ ਨਹੀਂ, ਸੱਚੀ ਮੁੱਚੀ ਅੰਦਰੋਂ ਵਿਨਮਰਤਾ ਨਾਲ। ਮੈਂ ਕੁਝ ਵੀ ਨਹੀਂ ਗਾ। ਧੂੜੀ ਕਰ ਇਸ਼ਨਾਨ ਦਾ ਭਾਵ ਅਰਥ ਇਹ ਹੈ ਵੀ ਬੜੀ ਵਿਨਮਰਤਾ ਨਾਲ ਸੰਗਤ ਵਿੱਚ ਆਉਣਾ ਹੈ, ਸਿੱਖਣ ਦੀ ਭਾਵਨਾ ਨਾਲ ਆਉਣਾ ਹੈ। ਮਨ ਤੂੰ ਮਤ ਮਾਣ ਕਰੈ ਜੇ ਹਉ ਕਿਛ ਜਾਣਦਾ, ਸਗੋਂ ਗੁਰਮੁਖ ਨਿਮਾਣਾ ਹੋ। ਮਨ ਵਿੱਚ ਇਹ ਭਾਵਨਾ ਲਿਆ ਵੀ ਮੈਨੂੰ ਤੇ ਬਹੁਤ ਪਤਾ ਹੈ, ਮੈਨੂੰ ਕੋਈ ਕੀ ਸਿਖਾ ਸਕਦਾ। ਮਾਗ ਮਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ, ਆਪ ਜਪ ਹੋਰਨਾਂ ਨੂੰ ਜਪਾ, ਸਭਨਾ ਨੂੰ ਕਰ ਦਾਨ। ਇਹੀ ਦਾਨ ਹੈ। ਅਨਾਜ ਵਗੈਰਾ ਦਾਨ ਮਗਰ ਦੀ ਮਾਘ ਦੀ ਸੰਗਰਾਂਦ ਨੂੰ ਕਰਨ ਦੀ ਤੈਨੂੰ ਜ਼ਰੂਰਤ ਨਹੀਂ ਹੈ। ਤੋ ਲੋਕ ਉੱਥੇ ਜਾ ਕੇ ਇਸ਼ਨਾਨ ਕਰਦੇ ਨੇ, ਦਾਨ ਕਰਦੇ ਨੇ। ਪਰ ਭਗਤ ਨਾਮਦੇਵ ਸਾਹਿਬ ਮਹਾਰਾਜ ਕਹਿੰਦੇ ਨੇ, ਕੋਈ ਅਸਮੇਤ ਜੱਗ ਕਰ ਲੈ, ਕੋਈ ਆਪਣੇ ਬਰਾਬਰ ਸੋਨਾ ਚਾਂਦੀ ਤੋਲ ਕੇ ਦਾਨ ਕਰਦਾ ਹੈ, ਕੋਈ ਪ੍ਰਯਾਗਰਾਜ ਤ੍ਰਿਵੇਣੀ ਦਾ ਇਸ਼ਨਾਨ ਕਰਕੇ ਅਨਾਜ ਵਗੈਰਾ ਵੀ ਦਾਨ ਕਰ ਲੈ, ਤਉ ਨਾ ਪੁੱਜੈ ਹਰ ਕੀਰਤ ਨਾਮਾ, ਆਪਣੇ ਰਾਮੈ ਭਜ ਰੇ ਮਨ ਆਲਸੀਆ। ਫਿਰ ਵੀ ਪਰਮਾਤਮਾ ਦੇ ਨਾਮ ਦਾ ਇਹ ਚੀਜ਼ਾਂ ਮੁਕਾਬਲਾ ਨਹੀਂ ਕਰ ਸਕਦੀਆਂ। ਇਸ ਲਈ ਹੇ ਮੇਰੇ ਆਲਸੀ ਮਨ, ਉਦਮੀ ਬਣ, ਆਲਸ ਛੱਡ ਤੇ ਆਪਣੇ ਰਾਮ ਦਾ ਸਿਮਰਨ ਕਰਿਆ ਕਰ, ਕਿਉਂਕਿ ਸਿਮਰਨ ਦਾ ਕੋਈ ਮੁਕਾਬਲਾ ਨਹੀਂ ਹੈ। ਹੋਰ ਜਿੰਨੇ ਕੰਮ ਨੇ ਉਹ ਜ਼ੀਰੋ ਨੇ, ਸਿਫਰਾਂ ਨੇ। ਤੇ ਸਿਮਰਨ ਕੀ ਹੈ? ਹਿੰਦਸੇ ਦਾ ਏਕਾ ਹੈ। ਤੇ ਗੁਰਮੁਖੋ, ਜੇ ਸਿਫਰ ਵਾਹ ਦਈਏ ਪੈਨ ਨਾਲ ਰਫ ਕਾਪੀ ਤੇ, ਇੱਕ ਉਹਦੇ ਨਾਲ ਹੋਰ ਵਾਹ ਦਈਏ, ਤੀਜੀ, ਚੌਥੀ, ਪੰਜਵੀਂ, 10, 15, ਤੇ ਕਿਸੇ ਮੈਥ ਦੇ ਸਟੂਡੈਂਟ ਨੂੰ ਪੁੱਛੀਏ ਬੇਟਾ ਕਿਤਨਾ ਅਮਾਊਂਟ ਬਣ ਗਿਆ, ਉਹ ਕਹੇਗਾ ਕੁਝ ਵੀ ਨਹੀਂ ਬਣਿਆ, ਕਿਉਂਕਿ ਸਿਫਰਾਂ ਨੇ, ਜ਼ੀਰੋ ਨੇ। ਕਿਉਂਕਿ ਕੱਲੀਆਂ ਜ਼ੀਰੋ ਦਾ ਕੋਈ ਵੈਲਿਊ ਨਹੀਂ ਹੁੰਦੀ। ਪਰ ਜੇ ਹਿੰਦਸੇ ਦਾ ਏਕਾ ਪਾ ਕੇ ਉਹਨੂੰ ਕਹੀਏ ਕਿੰਨਾ ਹੈ, ਉਹ ਕਹੇਗਾ ਜੀ 1 ਹੈ। ਤੇ 1 ਨਾਲ 0 ਪਾ ਕੇ ਕਹੀਏ ਹੁਣ, ਉਹ ਕਹਿੰਦਾ ਜੀ ਹੁਣ ਇਹ ਮਲਟੀਪਲਾਈ ਹੋ ਗਈ, 10 ਹੋ ਗਿਆ। 1 ਹੋਰ ਪਾ ਦਈਏ ਤੇ ਫਿਰ 10 ਗੁਣਾ, 1 ਹੋਰ ਪਾ ਦਈਏ ਤੇ ਫਿਰ 10 ਗੁਣਾ, 1 ਹੋਰ ਪਾ ਦਈਏ ਤੇ ਫਿਰ 10 ਗੁਣਾ। ਸ਼ੂਨ ਸ਼ੂਨ ਤੇ ਹੋਵੇ 10 ਗੁਣਾ। 1 1 ਸ਼ੂਨਿਆ, 1 1 0 0, ਉਹਨੂੰ 10 ਗੁਣਾ ਵਧਾਉਂਦੀ ਜਾਏਗੀ। ਪਰ ਜੇ ਉਹਦੇ ਨਾਲ ਪਹਿਲਾਂ ਏਕਾ ਪਾਇਆ ਤੇ ਅਦਰਵਾਈਜ਼ ਨਹੀਂ। ਜੇ ਇੱਕ ਪ੍ਰਭੂ ਦਾ ਸਿਮਰਨ ਹੈ ਤੇ ਤੇਰੇ ਕੀਤੇ ਹੋਏ ਦਾਨ, ਤੇਰੇ ਕੀਤੇ ਹੋਏ ਇਸ਼ਨਾਨ, ਤੇਰੇ ਕੀਤੇ ਹੋਏ ਜਪ ਤਪ ਸੰਜਮ ਨੇਮ ਬ੍ਰਤ ਪੂਜਾ 10-10 ਗੁਣਾ ਤੇਰੀ ਐਕਟੀਵਿਟੀ ਨੂੰ ਮਲਟੀਪਲਾਈ ਕਰਦੇ ਜਾਣਗੇ। ਪਰ ਜੇ ਉਹ ਨਹੀਂ ਤੇ ਫਿਰ ਇਹਨਾਂ ਦੀ ਕੋਈ ਵੈਲਿਊ ਨਹੀਂ ਹੈ। ਇਹ ਵੀ ਮਰਜ਼ ਕਰਦੇ ਆ। ਇਸ ਲਈ ਲਿਖਿਆ ਗੁਰੂ ਗ੍ਰੰਥ ਸਾਹਿਬ 'ਚ, ਨਾਨਕ ਕੈ ਘਰ ਕੇਵਲ ਨਾਮ। ਇੱਥੇ ਸਿਰਫ ਨਾਮ ਦੀ ਗੱਲ ਹੈ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਇਹ ਜਿਹੜੀ ਸਾਨੂੰ ਮਨੁੱਖਾ ਸਰੀਰ ਪ੍ਰਾਪਤ ਹੋਇਆ ਹੈ, ਸਾਰਿਆਂ ਨੂੰ ਤਾਂ ਨਹੀਂ ਨਾ ਹੋਇਆ ਜੀ। ਕੁਝ ਟੇਢੀਆਂ ਜੂਨਾਂ ਨੇ, ਕੁਝ ਆਕਾਸ਼ ਵਿੱਚ ਉੱਡਣ ਵਾਲੀਆਂ ਨੇ, ਕੁਝ ਰੱਡਾਂ ਵਿੱਚ ਰਹਿਣ ਵਾਲੀਆਂ ਨੇ, ਕੁਝ ਪਾਣੀ ਦੀ ਸਤਹ ਵਿੱਚ ਰਹਿਣ ਵਾਲੀਆਂ ਨੇ। ਸਾਰੀਆਂ ਮੁਬਾਰਕ ਨੇ, ਪਰ ਸਰਦਾਰੀ ਕਿਹਦੀ ਹੈ? ਮਨੁੱਖ ਦੀ ਸਰਦਾਰੀ ਹੈ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਿਹਾਰੀ। ਹਜ਼ੂਰ ਕਹਿੰਦੇ ਨੇ ਬਾਕੀ ਸਾਰੀਆਂ ਜੂਨਾਂ ਤੇਰੀਆਂ ਪਾਣੀਹਾਰ ਨੇ, ਵਾਟਰ ਕੈਰੀਅਰ ਨੇ, ਤੇਰੀਆਂ ਨੌਕਰ ਨੇ, ਨਫਰ ਨੇ, ਔਰ 84 ਲੱਖ ਜੂਨਾਂ ਦੇ ਉੱਤੇ ਸਰਦਾਰੀ ਤੇਰੀ ਹੈ।
ਅੱਜ ਤੋਂ ਕਈ ਯੁੱਗ ਪਹਿਲਾਂ ਜਿਸ ਤਰ੍ਹਾਂ ਪਸ਼ੂ ਰਹਿੰਦੇ ਸਨ, ਸੋਚਦੇ ਸਨ, ਅੱਜ ਵੀ ਉਸ ਤਰ੍ਹਾਂ ਹੀ ਨੇ। ਜਿਸ ਤਰ੍ਹਾਂ ਚੁੰਝ ਨਾਲ ਤਿਨਕੇ ਇਕੱਠੇ ਕਰਕੇ ਆਪਣਾ ਆਲਣਾ ਬਣਾਉਂਦੇ ਸਨ, ਅੱਜ ਵੀ ਉਸ ਤਰ੍ਹਾਂ ਹੀ ਬਣਾਉਂਦੇ ਨੇ। ਮੱਝ ਅੱਜ ਵੀ ਉਸ ਤਰ੍ਹਾਂ ਹੀ ਡਿੰਗਦੀ ਹੈ, ਕੁੱਤਾ ਅੱਜ ਵੀ ਉਸ ਤਰ੍ਹਾਂ ਹੀ ਭੌਂਕਦਾ ਹੈ। ਕੋਈ ਵਿਕਾਸ ਨਹੀਂ ਹੈ। ਪਸ਼ੂਆਂ ਦੀ ਦੁਨੀਆ ਵਿੱਚ ਕੋਈ ਵਿਕਾਸ ਨਹੀਂ ਹੈ, ਪੰਛੀਆਂ ਦੀ ਦੁਨੀਆ ਵਿੱਚ ਕੋਈ ਵਿਕਾਸ ਨਹੀਂ ਹੈ। ਇਨਸਾਨੀ ਦੁਨੀਆ ਵਿੱਚ ਵਿਕਾਸ ਹੋਇਆ, ਇਨਸਾਨ ਦੀ ਬੁੱਧੀ ਵਿਕਸਿਤ ਹੋਈ ਹੈ। ਤੈਨੂੰ ਸਰਦਾਰ ਬਣਾਇਆ, ਪਰ ਤੇਰੇ ਕੰਮ ਵੀ ਸਰਦਾਰਾਂ ਵਾਲੇ ਚਾਹੀਦੇ ਨੇ। ਸੰਗਤ ਜੀ, ਸਾਰੇ ਵਿਸ਼ਵ ਵਿੱਚ ਸਾਨੂੰ ਲੋਕ ਸਰਦਾਰ ਕਹਿੰਦੇ ਨੇ, ਕੇਸਾਧਾਰੀਆਂ ਨੂੰ, ਪੱਗਾਂ ਵਾਲਿਆਂ ਨੂੰ ਸਰਦਾਰ ਜੀ। ਮੈਂ ਤੁਹਾਡੇ ਨਾਲ ਇੱਕ ਅੱਜ ਗੱਲ ਸਾਂਝੀ ਕਰਾਂ। ਸਾਰੇ ਗੁਰੂ ਗ੍ਰੰਥ ਸਾਹਿਬ ਦਾ ਤੁਸੀਂ ਸਹਿਜ ਪਾਠ ਸ਼ੁਰੂ ਕਰ ਦਿਓ, ਰਜਿਸਟਰ ਰੱਖ ਕੇ ਨਾ ਸਹਿਜ ਪਾਠ ਸ਼ੁਰੂ ਕਰ ਦਿਓ, ਮੈਂ ਸਰਦਾਰ ਲੱਭਣਾ। ਗੁਰੂ ਗ੍ਰੰਥ ਸਾਹਿਬ 'ਚ ਕਿੱਥੇ ਕਿੱਥੇ ਆਇਆ, ਕਿੰਨੀ ਵਾਰ ਆਇਆ। ਤੇ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਤੁਸੀਂ ਪਾਠ ਕਰੋਗੇ ਤੇ ਸਿਰਫ ਇੱਕ ਵਾਰ ਤੁਹਾਨੂੰ ਸਰਦਾਰ ਦੇ ਦਰਸ਼ਨ ਹੋਣਗੇ। ਸਾਰੇ ਗੁਰੂ ਗ੍ਰੰਥ ਸਾਹਿਬ ਸਿਰਫ ਇੱਕ ਵਾਰ। ਉੱਥੇ ਸਿਰਫ ਸਰਦਾਰ ਲਿਖਿਆ ਨਹੀਂ ਹੋਵੇਗਾ, ਬਕਾਇਦਾ ਸਰਦਾਰ ਦੀ ਪਰਿਭਾਸ਼ਾ ਨਿਰੂਪਣ ਕੀਤੀ ਹੋਵੇਗੀ। ਵੀ ਮਿੱਤਰਾ, 8 ਮੀਟਰ ਪੱਗ ਲੈ ਕੇ ਤੇ ਦਰਜੀ ਨੂੰ ਕਹਾਂ ਵੀ ਵਿੱਚੋਂ ਦੀ ਸੀਨ ਮਾਰ ਕੇ ਬੰਨ ਕੇ ਕੁੰਡੇ ਨਾਲ ਖਿੱਚ ਕੇ ਉਹਨੂੰ ਕਰਕੇ ਪੂਣੀ ਸਿਰ ਤੇ ਬੰਨ ਲੈ, ਤੇ ਇਹਦੇ ਨਾਲ ਤੂੰ ਸਰਦਾਰ ਨਹੀਂ ਬਣਦਾ। ਸਰਦਾਰ ਦੇ ਕੰਮ ਵੀ ਸਰਦਾਰਾਂ ਵਾਲੇ ਹੁੰਦੇ ਨੇ। ਪੁੱਛਿਆ ਕੀ ਕੰਮ ਨੇ ਸਰਦਾਰਾਂ ਵਾਲੇ, ਤਾਂ ਹਜ਼ੂਰ ਕਹਿਣ ਲੱਗੇ, ਸੱਚੇ ਕੀ ਸਰਕਾਰ ਜੁਗ ਜੁਗ ਜਾਣੀ ਹੈ, ਹੁਕਮ ਮੰਨੈ ਸਿਰਦਾਰ ਦਰ ਦੀ ਬਾਣੀ ਹੈ। ਇੱਕੋ ਜਗ੍ਹਾ ਤੇ ਸਰਦਾਰ ਆਇਆ, ਤੇ ਸਰਦਾਰ ਉਹ ਹੈ ਜਿਹੜਾ ਉਹਦੇ ਹੁਕਮ ਨੂੰ ਮੰਨਣਾ ਸ਼ੁਰੂ ਕਰਦਾ, ਰਜਾ ਵਿੱਚ ਰਾਜੀ ਰਹਿਣਾ ਸ਼ੁਰੂ ਕਰਦਾ, ਭਾਣੇ ਨੂੰ ਸ਼ੁਕਰ ਕਰਨਾ ਸ਼ੁਰੂ ਕਰਦਾ। ਵਾਹਿਗੁਰੂ ਤੇਰਾ ਸ਼ੁਕਰਾਨਾ ਹੈ। ਇਹ ਮਾਝ ਕੀ ਵਾਰ ਥੀ, ਸੱਚੇ ਕੀ ਸਰਕਾਰ ਜੁਗ ਜੁਗ ਜਾਣੀ ਹੈ, ਹੁਕਮ ਮੰਨੈ ਸਿਰਦਾਰ ਦਰ ਦੀ ਬਾਣੀ ਹੈ। ਠੀਕ ਹੈ ਜੀ। ਇਸ ਵਾਸਤੇ ਤੂੰ ਸਰਦਾਰ ਹੈ 84 ਲੱਖ ਜੂਨਾਂ ਦਾ, ਤੇਰੇ ਕੰਮ ਵੀ ਸਰਦਾਰਾਂ ਵਾਲੇ ਹੋਣੇ ਚਾਹੀਦੇ ਨੇ। ਤੈਨੂੰ ਰਜਾ ਵਿੱਚ ਰਾਜੀ ਰਹਿਣਾ ਚਾਹੀਦਾ। ਫਿਰ ਹੋਰ ਚੀਜ਼ਾਂ ਨੂੰ ਸਿਮਰਨ ਨਾਲ ਕੰਪੇਅਰ ਕਰਕੇ ਨਾਮਦੇਵ ਸਾਹਿਬ ਦੱਸਦੇ ਨੇ। ਗਿਆ ਪਿੰਡ ਪਰਤਾ। ਸੰਗਤ ਜੀ, ਭਾਰਤ ਵਿੱਚ ਇੱਕ ਸਟੇਟ ਹੈ ਬਿਹਾਰ। ਬਿਹਾਰ ਤੋਂ ਜਦੋਂ ਤੁਸੀਂ ਨੇਪਾਲ ਵਾਲੇ ਪਾਸੇ ਜਾਓ ਤੇ ਇੱਕ ਨਗਰ ਹੈ ਜਿਹਦਾ ਨਾਂ ਹੈ ਗਿਆ। ਹੈ ਬਿਹਾਰ ਵਿੱਚ, ਪਰ ਹੈ ਨੇਪਾਲ ਦੇ ਬਾਰਡਰ ਵਾਲੀ ਸਾਈਡ। ਬੜੀ ਸੁੰਦਰ ਜਗ੍ਹਾ ਹੈ। ਇੱਕ ਤੇ ਉਹਦਾ ਕਾਰਨ ਹੈ ਵੀ ਪਰਾਂ ਨੇਪਾਲ ਦੀਆਂ ਪਹਾੜੀਆਂ ਨੇੜੇ ਪੈ ਜਾਂਦੀਆਂ ਨੇ, ਤਾਂ ਕਲਾਈਮੇਟ ਥੋੜਾ ਠੀਕ ਹੈ, ਜਲਵਾਯੂ ਉੱਥੋਂ ਦੀ ਠੀਕ ਹੈ। ਔਰ ਦੂਸਰੀ ਵਜ੍ਹਾ ਹੈ ਕਿ ਬੁੱਧਿਜ਼ਮ ਦਾ ਇਹ ਮਰਕਜ਼ ਹੈ, ਕੇਂਦਰ ਹੈ। ਬੋਧੀਆਂ ਨੂੰ ਐਵੇਂ ਨਾ ਸਮਝਣਾ। ਨੰਬਰ 1 ਤੇ ਈਸਾਈਅਤ ਹੈ। ਜੇ ਤੁਸੀਂ ਇਸਲਾਮ ਦੀ ਗੱਲ ਕਰੋ, 80 ਰਾਸ਼ਟਰ ਨੇ ਉਹਨਾਂ ਕੋਲ ਇਸ ਵੇਲੇ, 80 ਦੇਸ਼ ਆਪਣੇ, 80 ਮੁਲਕ। ਹਿੰਦੂਆਂ ਕੋਲ ਵੀ 2-3 ਮੁਲਕ ਹੈਗੇ ਨੇ। ਨੇਪਾਲ ਸਾਰਾ ਹਿੰਦੂਆਂ ਦਾ, ਇੰਡੀਆ ਸਾਰੀ ਹਿੰਦੂਆਂ ਦੀ ਹੈ। ਹੋਰ ਕੰਟਰੀ ਇੰਡੋਨੇਸ਼ੀਆ ਹੈ, ਬਰਮਾ ਹੈ। ਚਲੋ ਖੈਰ। ਔਰ ਜਿਹੜਾ ਬੁੱਧਿਜ਼ਮ ਹੈ, ਇਹ ਤੀਜੇ ਨੰਬਰ ਦੀ ਵਿਸ਼ਵ ਵਿੱਚ ਕੌਮ ਹੈ। ਪਾਪੂਲੇਸ਼ਨ ਪੱਖੋਂ ਜੇ ਵੇਖੀਏ ਤੇ ਤੀਜੇ ਨੰਬਰ ਦੀ ਇਹ ਕੌਮ ਹੈ। ਬੜੀ ਵੱਡੀ ਕੌਮ ਹੈ। ਔਰ ਸਾਰਾ ਯੂਰਪ ਜਹਾਜ਼ ਭਰ ਕੇ ਉੱਥੇ ਗਿਆ ਜਾਂਦੇ ਨੇ, ਕਿਉਂਕਿ ਉਹਨਾਂ ਦਾ ਉਹ ਮਰਕਜ਼ ਹੈ। ਉੱਥੇ ਹਿੰਦੂ ਧਰਮ ਦਾ ਵੀ ਪੁਰਾਣਾ ਤੀਰਥ ਹੈ। ਗਿਆ ਪਿੰਡ ਭਰਤਾ ਦੇ ਅਰਥ ਨੇ ਵੀ ਉੱਥੇ ਜਾ ਕੇ ਪਿੰਡ ਭਰਨੇ। ਪਿੰਡ ਕਿਉਂ ਭਰਦੇ ਨੇ? ਇੱਕ ਤੇ ਗਿਆ ਬਿਹਾਰ ਵਿੱਚ, ਇੱਕ ਪਿਹੋਵਾ ਹਰਿਆਣੇ ਵਿੱਚ। ਇਹ 2 ਜਗ੍ਹਾ ਨੇ। ਜੇ ਸਮੇਂ ਸਿਰ ਆਪਣੇ ਪਿਤਰਾਂ ਦੀ ਕਿਰਿਆ ਨਹੀਂ ਕਰਾਈ, ਉਹਦੀ ਨਿਮਿਤ ਦਾਨ ਪੁੰਨ ਨਹੀਂ ਕੀਤਾ, ਤੇ ਫਿਰ ਬ੍ਰਾਹਮਣ ਕਹਿੰਦਾ ਵੀ ਹੁਣ ਇਹ ਨਹੀਂ ਹੋ ਸਕਦਾ, ਹੁਣ ਜਾਂ ਤੇ ਤੈਨੂੰ ਗਿਆ ਜਾਣਾ ਪਏਗਾ ਜਾਂ ਤੈਨੂੰ ਪਿਹੋਵਾ ਜਾਣਾ ਪਏਗਾ। ਆਪਣੇ ਪੰਜਾਬੀ ਉਹਨੂੰ ਭੇਵਾ ਕਹਿੰਦੇ ਨੇ, ਉਹਦਾ ਪ੍ਰੋਪਰ ਨਾਮ ਪਿਹੋਵਾ ਹੈ। ਜਿਸ ਤਰ੍ਹਾਂ ਕੋਈ
ਪ੍ਰਾਈਵੇਟ ਦਾਖਲਾ ਵਿਦਿਆਰਥੀ ਨਾ ਭਰ ਸਕੇ ਤੇ ਕੁਝ ਦਿਨ ਆਪਸ਼ਨ ਹੁੰਦਾ ਵੀ ਲੇਟ ਫੀਸ ਭਰ ਕੇ ਤੂੰ ਦਾਖਲਾ ਲੈ ਸਕਣਾ ਹੈ। ਇਸ ਤਰ੍ਹਾਂ ਪੰਡਿਤ ਜੀ ਕਹਿੰਦੇ ਨੇ ਵੀ ਜੇ ਲੇਟ ਫੀਸ ਭਰ ਕੇ ਉਧਾਰ ਕਰਨਾ ਆਪਣੇ ਪਿਤਰਾਂ ਦਾ ਤੇ ਫਿਰ ਜਾਂ ਤੈਨੂੰ ਗਿਆ ਜਾਣਾ ਪਏਗਾ ਜਾਂ ਤੈਨੂੰ ਪਿਓਵਾ ਜਾਣਾ ਪਏਗਾ। ਲੇਟ ਫੀਸ ਭਰਨੀ ਪਏਗੀ, ਉਂਝ ਨਹੀਂ ਉਧਾਰ ਹੋਣਾ। ਭਗਤ ਨਾਮਦੇਵ ਸਾਹਿਬ ਕਹਿੰਦੇ ਨੇ ਵੀ ਭਾਵੇਂ ਕੋਈ ਗਿਆ ਜਾ ਕੇ ਪਿੰਡ ਵੀ ਭਰਦਾ ਫਿਰੇ, ਗਿਆ ਪਿੰਡ ਭਰਤਾ ਬਨਾਰਸ ਅਸ ਬਸਤਾ। ਅਸ ਨਦੀ ਦਾ ਨਾਮ ਹੈ, ਬਨਾਰਸ ਦੇ ਕੋਲੋਂ ਲੰਘਦੀ ਹੈ, ਪਵਿੱਤਰ ਮੰਨੀ ਜਾਂਦੀ ਹੈ। ਬਨਾਰਸ ਦੇ ਕੋਲੋਂ ਲੰਘਣ ਵਾਲੀ ਅਸ ਨਦੀ ਦੇ ਕੰਢੇ ਤੇ ਘਰ ਬਣਾ ਕੇ ਕੋਈ ਰਹਿਣ ਲੱਗ ਪਏ, ਸਿਮਰਨ ਦਾ ਮੁਕਾਬਲਾ ਤਾਂ ਵੀ ਨਹੀਂ। ਹੁਣ ਲੋਕੀ ਕਰਦੇ ਸਨ, ਘਰ ਬੂਆ ਵੇਚ ਕੇ ਤੀਰਥਾਂ ਤੇ ਚਲੇ ਜਾਣਾ, ਉੱਥੇ ਘਰ ਬਣਾ ਲੈਣਾ, ਆਖਣਾ ਇੱਥੇ ਸਾਡਾ ਉਧਾਰ ਹੋ ਜਾਏਗਾ। ਕਬੀਰ ਗੰਗਾ ਤੀਰ ਜੋ ਘਰ ਕਰੇ, ਗੰਗਾ ਦੇ ਕੰਢੇ ਤੇ ਘਰ ਬਣਾ ਲੈ ਤੇ ਪੀਵੇਂ ਨਿਰਮਲ ਨੀਰ, ਤੇ ਗੰਗਾ ਦਾ ਹੀ ਪਾਣੀ ਪੀਏ, ਰਸੋਈ ਵੀ ਗੰਗਾ ਦੇ ਪਾਣੀ ਨਾਲ, ਇਸ਼ਨਾਨ ਵੀ ਗੰਗਾ ਦੇ ਪਾਣੀ ਨਾਲ, ਕੱਪੜੇ ਵੀ ਗੰਗਾ ਦੇ ਪਾਣੀ ਨਾਲ ਧੋਵੇਂ, ਤੇ ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੈ ਕਬੀਰ। ਭਗਤੀ ਤੋਂ ਬਿਨਾਂ ਨਹੀਂ, ਭਾਵੇਂ ਗੰਗਾ ਦੇ ਵਿੱਚ ਰੋਜ਼ ਡੁਬਕੀਆਂ ਲਾਉਂਦਾ ਰਹੋ। ਗੰਗਾ ਵਿੱਚ ਤੇ ਡੱਡੂ ਵੀ ਰਹਿੰਦੇ ਨੇ ਨਾ, ਬ੍ਰਹਮ ਗਿਆਨੀ ਥੋੜਾ ਬਣ ਜਾਂਦੇ ਨੇ। ਕੋਈ ਫਿਲਾਸਫਰ ਨਾ ਗੰਗਾ ਦੇ ਵਿੱਚ ਖੋਤੇ ਨੂੰ ਨਵਾ ਰਿਹਾ ਸੀ, ਖਰਕਣਾ ਫੇਰ ਫੇਰ ਕੇ, ਪਾਣੀ ਡੋਲ ਡੋਲ ਕੇ, ਫੇਰ ਫੇਰ ਕੇ। ਉਧਰੋਂ ਪੰਡਤ ਆ ਗਿਆ, ਉਹਨੂੰ ਪਤਾ ਹੈ ਵੀ ਇਹ ਜ਼ਰੂਰ ਪੁੱਛੇਗਾ ਵੀ ਕੀ ਕਰ ਰਿਹਾ। ਉਹ ਕਹਿਣ ਲੱਗਾ, ਮਹਾਰਾਜ ਬੜੇ ਚਿਰ ਤੋਂ ਖੋਤੇ ਨੂੰ ਗੰਗਾ 'ਚ ਨਵਾ ਰਹੇ ਹੋ, ਕੀ ਇਰਾਦਾ ਹੈ? ਕਹਿਣ ਲੱਗਾ, ਇਹਨੂੰ ਗਊ ਬਣਾਉਣਾ ਹੈ। ਤੇ ਪੰਡਤ ਹੱਸ ਕੇ ਕਹਿਣ ਲੱਗਾ ਵੀ ਭਲਾ ਖੋਤੇ ਨੂੰ ਗੰਗਾ ਵਿੱਚ ਨਵਾਇਆ ਗਊ ਬਣ ਜਾਂਦਾ ਹੈ? ਤੇ ਉਹ ਕਹਿਣ ਲੱਗਾ, ਮੈਨੂੰ ਪਤਾ ਨਹੀਂ ਬਣ ਜਾਂਦਾ, ਪਰ ਤੂੰ ਵੀ ਤੇ ਗੱਲ ਨੂੰ ਸਮਝਣਾ। ਤੂੰ ਵੀ ਇਹ ਗੰਗਾ ਦੇ ਪਾਣੀ ਬਾਰੇ ਕਈ ਭ੍ਰਾਂਤੀਆਂ ਪੈਦਾ ਕੀਤੀਆਂ ਨੇ, ਤੇ ਮੈਂ ਤੇਰੀਆਂ ਭ੍ਰਾਂਤੀਆਂ ਤੇ ਦੂਰ ਕਰਨੀਆਂ ਚਾਹੁੰਦਾ। ਵੀ ਜੇ ਖੋਤਾ ਗੰਗਾ ਨਾਲ ਹੈ ਤੇ ਗਾਂ ਨਹੀਂ ਬਣ ਜਾਂਦਾ, ਖੋਤਾ ਹੀ ਰਹਿੰਦਾ। ਤੇ ਖੋਤਾ ਤੁਹਾਨੂੰ ਪਤਾ, ਤੁਸੀਂ ਬਚਪਨ 'ਚ ਅਧਿਆਪਕਾਂ ਕੋਲੋਂ ਸੁਣਿਆ ਹੋਵੇਗਾ, ਜਦੋਂ ਨਾ ਹੀ ਕੁਝ ਆਉਣਾ ਤਾਂ ਉਹਨੇ ਆਣਾ ਤੂੰ ਖੋਤਾ ਹੈ। ਉਹ ਗਧਿਆ ਹੋਮਵਰਕ ਨਹੀਂ ਕਰਕੇ ਆਇਆ, ਗਧਾ। ਗਧਾ ਕੀ ਕਰੈਕਟਰ ਹੈ, ਡੱਗ ਦਿਮਾਗ। ਖੈਰ, ਗਿਆ ਪਿੰਡ ਭਰਤਾ ਬਨਾਰਸ ਅਸ ਬਸਤਾ, ਮੁੱਖ ਵੇਦ ਚਤੁਰ ਪੜਤਾ। 4 ਵੇਦ ਨੇ ਹਿੰਦੂਆਂ ਦੇ, ਚਾਰੇ ਉਹਨੂੰ ਜ਼ਬਾਨੀ ਕੰਠ ਹੋਣਾ, ਸਮੂਥਲੀ ਪੜ ਸਕਦਾ ਹੋਵੇ, ਫਿਰ ਵੀ ਸਿਮਰਨ ਦਾ ਮੁਕਾਬਲਾ ਨਹੀਂ ਉਹ ਕਰ ਸਕਦਾ। ਇਹ ਕੋਈ ਜ਼ਰੂਰੀ ਨਹੀਂ ਜੇ ਵੀ ਬੰਦਾ ਬੜਾ ਆਲਮ ਫਾਜ਼ਿਲ ਹੋਵੇ ਤੇ ਉਹਨੂੰ ਪ੍ਰਭੂ ਪ੍ਰਾਪਤ ਹੁੰਦਾ ਹੈ। ਆ ਗੁਰੂ ਨਾਨਕ ਸਾਹਿਬ ਬਾਰੇ ਤੇ ਅਸੀਂ ਕਹਿੰਦੇ ਹਾਂ ਵੀ ਉਹ ਮਲਾਣੇ ਕੋਲ ਫਾਰਸੀ ਸਿੱਖੀ, ਗੋਪਾਲ ਪਾਂਧੇ ਕੋਲੋਂ ਸੰਸਕ੍ਰਿਤ ਸਿੱਖੀ, ਕਿਸੇ ਕੋਲੋਂ ਮੈਥ ਸਿੱਖਿਆ, ਪਰ ਜਦੋਂ ਗੁਰੂ ਰਾਮਦਾਸ ਦਾ ਜੀਵਨ ਪੜ੍ਹਨੇ ਆ ਕਿਸੇ ਅਧਿਆਪਕ ਦਾ ਜ਼ਿਕਰ ਨਹੀਂ ਗਾ। ਇਤਨੀ ਮੁਫਲਸੀ, ਇਤਨੀ ਗਰੀਬੀ ਘਰ ਦੇ ਵਿੱਚ ਵੀ ਜਦੋਂ ਪੜ੍ਹਨ ਦਾ ਸਮਾਂ ਸੀ ਸਿਰ ਦੇ ਉੱਤੇ ਚੰਗੇਰ ਰੱਖ ਕੇ ਘੁੰਗਣੀਆਂ ਵੇਚਦੇ ਫਿਰਦੇ ਸਨ। ਕੋਈ ਜ਼ਿਕਰ ਨਹੀਂ ਕਿਸੇ ਅਧਿਆਪਕ ਦਾ ਕਿਸੇ। ਪਰ ਜਦੋਂ ਤੁਸੀਂ ਬਾਣੀ ਪੜ੍ਹਦੇ ਹੋ, ਜਦੋਂ ਰਾਗ ਉਹਨਾਂ ਦੇ ਪੜ੍ਹਦੇ ਹੋ, ਵਿਦਵਤਾ ਦੇਖਦੇ ਹੋ, ਤੇ ਕੀ ਬਾਤ ਹੈ। ਮੈਂ ਖਿਮਾ ਮੰਗ ਕੇ, ਪੜ੍ਹਾਈ ਬੜੀ ਚੰਗੀ ਗੱਲ ਹੈ, ਡਿਗਰੀ ਡਿਪਲੋਮਾ ਕਰਨਾ। ਤੋ ਕਈ ਵਾਰ ਮੈਂ ਵੇਖਿਆ ਵੀ ਡਿਗਰੀਆਂ ਹੁੰਦੀਆਂ ਨੇ, ਉਂਝ ਕੁਛ ਵੀ ਨਹੀਂ ਹੁੰਦਾ। ਪਹਿਲਾਂ ਕੋਰਸ ਕਰ ਲਿਆ, ਫਿਰ ਗਿਆਨੀ ਕਰ ਲਈ, ਫਿਰ ਉਹ ਸਿੰਘ ਨੌਜਵਾਨੀ ਹੈ, ਫਿਰ ਉਹਨੇ ਹੋਰ ਵੀ ਅੱਗੇ ਪੜ੍ਹਾਈ, BA ਵੀ MA ਵੀ ਅਧਿਐਨ ਕਰ ਲਿਆ। ਕਈਆਂ ਮੁੰਡਿਆਂ ਨੇ ਕੀਤਾ। ਉਹ ਕਈ ਵਾਰ ਡਿਸਕਸ ਕਰਨਾ, ਉਹ ਕਈ ਵਾਰ ਗੱਲਬਾਤ ਕਰਦਿਆਂ ਮੈਨੂੰ ਖਿਝ ਆ ਜਾਣੀ, ਤੇ ਮੈਂ ਫਿਰ ਇਕੱਲੇ ਸੋਚਣਾ ਵੀ ਯਾਰ ਤੂੰ MA ਕਿਵੇਂ ਕਰ ਲਈਏ। ਦਰਅਸਲ ਹੁੰਦਾ ਕੁਛ ਨਹੀਂ, ਉਹ 1-2 ਕਿਤਾਬਾਂ ਨੂੰ ਉਹ ਲਾ ਕੇ ਰੱਟਾ ਤੇ ਉਹ ਜਿਸ ਤਰ੍ਹਾਂ ਆਨਸਰ ਨੇ ਉਹ ਕਰ ਦੇਣੇ ਨੇ, ਚਲੋ ਮਾਨ ਸਨਮਾਨ ਸਮਾਜ ਵਿੱਚ ਬਣ ਜਾਂਦਾ। ਚਾਰੇ ਵੇਦ ਜ਼ੁਬਾਨੀ ਕੰਠ ਹੋਣ, ਸਿਮਰਨ ਦਾ ਕੋਈ ਮੁਕਾਬਲਾ ਨਹੀਂ। ਜੋ ਪ੍ਰਾਣੀ ਗੋਬਿੰਦ ਧਿਆਵੇ, ਪੜਿਆ ਅਨ ਪੜਿਆ ਪਰਮਗਤ ਪਾਵੇ, ਉੱਚੀ ਆਤਮਕ ਅਵਸਥਾ ਨੂੰ ਪ੍ਰਾਪਤ ਹੋ ਜਾਏਗਾ। ਇਸ ਵਾਸਤੇ ਕੋਈ ਜ਼ਿਕਰ ਨਹੀਂ ਗੁਰੂ ਰਾਮਦਾਸ ਦਾ ਵੀ ਉਹ ਫਲਾਣੀ ਪਾਠਸ਼ਾਲਾ 'ਚ ਗਏ, ਫਲਾਣੇ ਅਧਿਆਪਕ ਕੋਲੋਂ ਸਿੱਖਿਆ, ਉਹਦੇ ਕੋਲੋਂ ਸਿੱਖਿਆ, ਨਹੀਂ, ਕੁਛ ਵੀ ਨਹੀਂ। ਪਰ ਰਹਿਮਤਾਂ ਬੇਅੰਤ ਨੇ, ਕੋਈ ਗਿਣਤੀ ਹੋਈ ਨਹੀਂ, ਨਾਪਿਆ ਤੋਂ ਲੈ ਨਹੀਂ ਜਾ ਸਕਦਾ। ਸਗਲ ਧਰਮ ਅਛਿਤਾ, ਧਰਮ ਦੇ ਦੱਸੇ ਹੋਏ ਸਾਰੇ ਕੰਮ ਹੀ ਮਨੁੱਖ ਕਰਦਾ ਹੋਵੇ, ਤੀਜਾ ਪਦਾ ਸ਼ੁਰੂ ਹੋ ਗਿਆ। ਸਗਲ ਧਰਮ ਅਛਿਤਾ ਦੇ ਅਰਥ ਨੇ ਵੀ ਸਾਰੇ ਧਰਮ ਅਨੁਸਾਰ ਦੱਸੇ ਹੋਏ ਚੰਗੇ ਕੰਮ ਕਰਦਾ ਹੋਵੇ। ਗੁਰ ਗਿਆਨ ਇੰਦਰੀ ਦ੍ਰਿੜਤਾ, ਜਿਸ ਤਰ੍ਹਾਂ ਗੁਰੂ ਨੇ ਦੱਸਿਆ ਵੀ ਇੰਦਰੀਆਂ ਨੂੰ ਵਸ 'ਚ ਕਰਨਾ। ਸੰਗਤ ਜੀ, ਇੰਦਰੀਆਂ ਮੀਨਸ ਕੰਨ,
ਅੱਖਾਂ, ਨਾਸਕਾ, ਰਸਨਾ, ਤਵਚਾ। 5 ਗਿਆਨ ਇੰਦਰੇ ਨੇ ਤੇ 5 ਕਰਮ ਇੰਦਰੇ ਨੇ। ਹੁਣ ਚਲਦੀ ਗੱਲ 'ਚ ਗੱਲ ਚੱਲੀ ਹੈ ਤਾਂ ਮੈਂ ਬੇਨਤੀ ਕਰਦਾ ਵੀ ਗਿਆਨ ਇੰਦਰੇ ਕੀ ਨੇ ਤੇ ਕਰਮ ਇੰਦਰੇ ਕੀ ਨੇ। ਕੰਨ, ਅੱਖ, ਨੱਕ, ਰਸਨਾ ਤੇ ਤਵਚਾ, ਸਕਿਨ, ਇਹ ਗਿਆਨ ਇੰਦਰੇ ਨੇ। ਅੱਛਾ, ਗਿਆਨ ਇੰਦਰੇ ਇਹਨਾਂ ਨੂੰ ਕਿਉਂ ਕਹਿੰਦੇ ਨੇ? ਕਿਸੇ ਵਿਅਕਤੀ ਨੂੰ ਅਸੀਂ ਮਿਲੇ ਹਾਂ ਤੇ 10 ਸਾਲ ਬਾਅਦ ਮਿਲੀਏ ਤੇ ਉਹਨੂੰ ਵੇਖ ਕੇ ਉਹਦੀ ਜਿਹੜੀ ਪ੍ਰਤੀਬਿੰਬ ਹੈ ਜਦੋਂ ਕੰਪਿਊਟਰ ਵਿੱਚ ਅੰਦਰ ਲਿਜਾਂਦਾ ਹੈ ਅੱਖਾਂ, ਤੇ ਉਹ ਕੰਪਿਊਟਰ ਕਹਿੰਦਾ ਵੀ ਇਹ ਬੰਦੇ ਨੂੰ ਫਲਾਣੀ ਜਗ੍ਹਾ ਫਲਾਣੀ ਥਾਂ ਤੇ ਮਿਲੇ ਸਾਂ। ਇਹ ਗਿਆਨ ਅੰਦਰ। ਅੱਛਾ, ਜੇ ਸ਼ਕਲ ਬਦਲ ਜਾਏ ਫਿਰ ਉਹਦੀ ਆਵਾਜ਼ ਸੁਣ ਕੇ ਅਸੀਂ ਪਛਾਣ ਲੈਂਦੇ ਵੀ ਤੁਸੀਂ ਫਲਾਣਾ ਸਿੰਘ, ਜੋ ਕਹਿੰਦਾ ਮੈਂ ਫਲਾਣਾ ਵਾ। ਤੋ ਕੰਨ ਵੀ ਗਿਆਨ ਇੰਦਰੇ ਨੇ, ਆਵਾਜ਼ ਤੋਂ ਪਛਾਣ ਕਰ ਲੈਂਦੇ ਨੇ। ਸਕਿਨ ਗਰਮੀ ਸਰਦੀ ਦੱਸਦੀ ਹੈ, ਬਾਰਿਸ਼ ਹੋ ਰਹੀ ਹੈ, ਕਣੀਆਂ ਮਾੜੀਆਂ ਮਾੜੀਆਂ ਡਿੱਗ ਰਹੀਆਂ, ਸਕਿਨ ਕਹਿੰਦੀ ਮੀਂਹ ਪੈਣਾ ਸ਼ੁਰੂ ਹੋ ਗਿਆ ਜੇ ਭੱਜੋ ਕਿਸੇ ਛੱਤ ਦੇ ਥੱਲੇ। ਇਹ ਵੀ ਗਿਆਨ ਇੰਦਰ ਹੈ। ਲੂਣ ਘੱਟ ਹੈ ਕਿ ਵੱਧ ਹੈ, ਮਿਰਚ ਜ਼ਿਆਦੀ ਹੈ ਕਿ ਨਹੀਂ, ਜੀਭ ਦੱਸੇਗੀ, ਗਿਆਨ ਇੰਦਰ ਹੈ। ਨਾਸਕਾ ਸੁੰਘ ਕੇ ਖੁਸ਼ਬੂ ਹੈ ਕਿ ਬਦਬੂ ਹੈ, ਗਿਆਨ ਇੰਦਰ ਹੈ। ਅੱਛਾ, ਕਰਮ ਇੰਦਰੇ ਕੀ ਨੇ? ਥੱਲਿਓਂ ਸ਼ੁਰੂ ਹੋ ਜਾਓ। ਪੈਰ ਕਰਮ ਇੰਦਰਾ ਨੇ, ਇਹ ਚੱਲਦੇ ਨੇ ਨਾ, ਕਰਮ ਕਰਦੇ ਨੇ। ਹੱਥ ਕਰਮ ਇੰਦਰੇ ਨੇ, ਇਹ ਵੀ ਕਰਮ ਇੰਦਰੇ। ਅੱਛਾ, ਜਿਹੜੀ ਜੀਭ ਹੈ ਉਹ ਗਿਆਨ ਇੰਦਰਾ ਵੀ ਹੈ ਤੇ ਕਰਮ ਇੰਦਰਾ ਵੀ ਹੈ, ਉਹ 2 in 1 ਹੈ। ਤੁਸੀਂ ਮਿੱਠਾ ਬੋਲੋ ਤੇ ਇੱਜ਼ਤ ਮਿਲੇਗੀ, ਉਹਦੇ ਵਿਪਰੀਤ ਫਿਰ ਤੁਹਾਨੂੰ ਪਤਾ ਹੀ ਹੈ। ਤੋ ਇਹ ਕਰਮ ਵੀ ਕਰਦੀ ਹੈ, ਚੰਗਾ ਵੀ ਬੋਲਦੀ ਹੈ, ਖਿਮਾ ਕਰਨਾ, ਕਠੋਰ ਵੀ ਬੋਲਦੀ ਹੈ। ਤੋ 5 ਗਿਆਨ ਇੰਦਰੇ ਤੇ 5 ਸਾਡੇ ਕਰਮ ਇੰਦਰੇ। ਕੋਈ ਵਿਅਕਤੀ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਆਪਣੇ ਇੰਦਰਿਆਂ ਨੂੰ ਵੀ ਕਾਬੂ ਕਰ ਲਵੇ, ਇਹਨੂੰ ਸੰਜਮ ਕਹਿੰਦੇ ਨੇ ਲਿਟਰੇਰੀ ਬੋਲੀ 'ਚ। ਸੰਜਮ ਵਿੱਚ ਜੀਵਨ ਲੈ ਆਉਣਾ, ਆਪਣੇ ਆਪ ਨੂੰ ਸਾਧ ਲੈਣਾ, ਕਾਬੂ ਵਿੱਚ ਕਰ ਲੈਣਾ। ਗੁਰ ਗਿਆਨ ਇੰਦਰੀ ਦ੍ਰਿੜਤਾ, ਖਟ ਕਰਮ ਸਹਿਤ ਰਹਿਤਾ। 6 ਕਰਮ ਕਰਦਾ ਹੋਵੇ, ਕਿਹੜੇ? ਵਿਦਿਆ ਪੜ੍ਹਨੀ ਤੇ ਪੜ੍ਹਾਣੀ, ਜਗ ਕਰਨਾ ਤੇ ਕਰਾਣਾ, ਦਾਨ ਦੇਣਾ ਤੇ ਦਾਨ ਲੈਣਾ। ਖਟ ਕਰਮ। ਖਟ ਕਰਮ ਕੁਲ ਸੰਯੁਗਤ ਹੈ, ਹਰ ਭਗਤ ਹਿਰਦੈ ਨਾਹੇ, ਚਰਨਾਰ ਬਿੰਦ ਨਾ ਕਥਾ ਪਾਵੇ, ਸੁਪਚ ਤੁਲ ਸਮਾਨ। ਭਗਤ ਰਵਿਦਾਸ ਜੀ। ਖਟ ਕਰਮ ਸਹਿਤ ਰਹਿਤਾ, ਫਿਰ ਵੀ ਸਿਮਰਨ ਦਾ ਮੁਕਾਬਲਾ ਨਹੀਂ ਕਰ ਸਕਦਾ। ਹੁਣ ਮੈਂ ਅੰਤਲਾ ਪਦਾ ਸਮਾਪਤੀ ਕਰਾਂ। शिवा सकत संवादन, शिवा मैंने महादेव, सकत मैंने पार्वती, संवादन मैंने डिबेट, ਜਿਹੜੀ ਤੁਸੀਂ ਵਾਰਤਾਲਾਪ ਕਰਦੇ ਹੋ, ਡਿਬੇਟ ਕਰਦੇ ਹੋ। ਰਾਮਚੰਦਰ ਹੁਣਾਂ ਦੇ ਵਿਸ਼ਵ ਵਿੱਚ ਆਉਣ ਤੋਂ ਪਹਿਲਾਂ ਹੀ ਸ਼ਿਵ ਜੀ ਤੇ ਨੇ ਪਾਰਵਤੀ ਨੂੰ ਇਹ ਸਾਰੀ ਰਮਾਇਣ ਸੁਣਾ ਦਿੱਤੀ ਸੀ। ਇਹ ਮਨੌਤ ਹੈ, ਇਹ ਮਨੌਤ ਹੈ, ਇਹ ਮਿੱਥ ਹੈ। ਤੋ ਭਾਵੇਂ ਕੋਈ ਬੰਦਾ ਰਮਾਇਣ ਵੀ ਪੜ੍ਹਦਾ ਹੋਵੇ, शिवा सकत संवादन मीन्स ਰਮਾਇਣ ਦਾ ਪਾਠ ਕਰਦਾ ਹੋਵੇ, ਰਮਾਇਣ ਕੰਠ ਕੀਤੀ ਹੋਵੇ, ਮਨ ਛੋੜ ਛੋੜ ਸਗਲ ਭੇਦੰ, ਇਹ ਸਾਰੀਆਂ ਚੀਜ਼ਾਂ ਛੱਡ ਦੇ ਛੋੜ ਛੋੜ ਛੱਡ ਦੇ, ਚੰਗੀ ਤਰ੍ਹਾਂ ਛੱਡ ਦੇ। ਕਿਉਂ ਛੱਡਦੇ ਆ? ਭੇਦੰ, ਇਹ ਪ੍ਰਭੂ ਨਾਲੋਂ ਤੇਰੀ ਦੂਰੀ ਬਣਾਉਣਗੀਆਂ, ਨੇੜਤਾ ਨਹੀਂ ਬਣਾਉਣਗੀਆਂ, ਹੰਕਾਰ ਪੈਦਾ ਕਰਨਗੀਆਂ। ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਆਹਮ ਬੁੱਧ ਬਾਂਧੇ। ਜਿਆਦੇ ਨੂੰ ਹਿੰਦੀ ਚ ਅਧਿਕ ਕਹਿੰਦੇ ਨੇ, ਸਗੋਂ ਪਹਿਲਾਂ ਨਾਲੋਂ ਜ਼ਿਆਦਾ ਹੰਕਾਰ ਆ ਜਾਂਦਾ। ਸਿਮਰ ਸਿਮਰ ਗੋਬਿੰਦੰ, ਭਜ ਨਾਮਾ ਤਰਸ ਭਾਵ ਸਿੰਧੰ। ਇਹ ਨਾਮਦੇਵ ਵਾਹਿਗੁਰੂ ਦਾ ਸਿਮਰਨ ਕਰ, ਵਾਹਿਗੁਰੂ ਦਾ ਸਿਮਰਨ ਕਰ, ਕਿਉਂਕਿ ਵਾਹਿਗੁਰੂ ਦੇ ਸਿਮਰਨ ਨਾਲ ਹੀ ਤਰਸ ਭਵ ਸਿੰਧੰ, ਭਵ ਸਾਗਰ ਪਾਰ ਕੀਤਾ ਜਾ ਸਕਦਾ ਹੈ। ਤੋ ਸਾਰੇ ਸ਼ਬਦ ਵਿੱਚ ਪ੍ਰਚੰਡ ਕੀਤਾ ਗਿਆ ਹੈ ਕਿ ਧਾਰਮਿਕ ਦੁਨੀਆ ਵਿੱਚ ਜਿੰਨੇ ਵੀ ਕਰਮ ਕੀਤੇ ਜਾਂਦੇ ਨੇ ਅੱਛੇ ਨੇ, ਮੁਬਾਰਕ ਨੇ, ਸ਼ਲਾਘਾਯੋਗ ਨੇ, ਪਰ ਉਹਨਾਂ ਸਾਰਿਆਂ ਤੋਂ ਸ੍ਰੇਸ਼ਟ ਕਰਮ ਜਿਹੜਾ ਹੈ ਉਹ ਸਿਮਰਨ ਹੈ, ਮੈਡੀਟੇਸ਼ਨ ਹੈ, ਨਾਮ ਜਪਣਾ ਹੈ। ਇਸ ਵਾਸਤੇ ਸਿੱਖ ਨੂੰ ਨਾਮ ਜਪਣ ਦੀ ਪ੍ਰੇਰਨਾ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਸਮਾਂ ਸਮਾਪਤ ਹੈ, ਲਿਹਾਜ਼ਾ ਮੈਂ ਗੁਰਮਤ ਵਿਚਾਰਾਂ ਨੂੰ ਇੱਥੇ ਸੰਕੋਚਨ ਦੀ ਆਪ ਜੀ ਤੋਂ ਆਗਿਆ ਚਾਹਾਂ। ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ। ਸਨਮਾਨਯੋਗ ਭਾਈ ਸਾਹਿਬ
ਗਿਆਨ ਸਿੰਘ ਜੀ ਹੁਣਾਂ ਤੋਂ ਅਗਲਾ ਪ੍ਰੋਗਰਾਮ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਗੁਰੂ ਫਤਿਹ ਦੀ ਸਾਂਝ ਨਾਲ ਆਗਿਆ ਬਖਸ਼ਿਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।